ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਪਹਿਲਾ। ਮਾਰੋ ਮੇਹ ਨਾ ਤ੍ਰਪਤਿਆ। ਅੱਗੇ ਲਹਾ ਨਾ ਭੁਖ। ਰਾਜਾ ਰਾਜ ਨਾ ਤ੍ਰਪਤਿਆ। ਸਾਇਰ ਪਹਰੇ ਕੇ ਸੁਖ। ਨਾਨਕ ਸੱਚੇ ਨਾਮ ਕੇ। ਕੇਤੇ ਪੁੱਛਾਂ ਪੁੱਛ। ਮਾਰੋ ਮੇਹ ਨਾ ਤ੍ਰਪਤਿਆ। ਅੱਗੇ ਲਹ ਨਾ ਭੁਖ। ਰਾਜਾ ਰਾਜ ਨਾ ਤ੍ਰਪਤਿਆ। ਸਾਇਰ ਪਹਰੇ ਕੇ ਸੁਖ। ਨਾਨਕ ਸੱਚੇ ਨਾਮ ਕੇ। ਕੇਤੇ ਪੁੱਛਾਂ ਪੁੱਛ। ਮਹਲਾ ਦੂਜਾ। ਨਹਿ ਫਲੰ ਤਸ ਜਨਮਸ। ਜਾਵਤ ਬ੍ਰਹਮ ਨਾ ਬਿੰਦਤੇ। ਸਾਗਰੰ ਸੰਸਾਰਸ। ਗੁਰ ਪ੍ਰਸਾਦੇ ਤਰਹਿ ਕੇ। ਕਰਨ ਕਾਰਣ ਸਮਰਥ ਹੈ। ਕਹੋ ਨਾਨਕ ਵਿਚਾਰ। ਕਾਰਣ ਕਰਤੇ ਵਸ ਹੈ। ਜਿਨ ਕਲ ਰਖੇ ਧਾਰ। ਕਰਨ ਕਾਰਣ ਸਮਰਥ ਹੈ। ਕਹੋ ਨਾਨਕ ਵਿਚਾਰ। ਕਾਰਣ ਕਰਤੇ ਵਸ ਹੈ। ਜਿਨ ਕਲ ਰਖੇ ਧਾਰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਗ ਦੀ ਜੋਤ, ਗੁਰਤਾ ਗੱਦੀ ਵਿਰਾਜਮਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਇਹ ਸਤਸੰਗਤ ਦੀਆਂ ਸੁਭਾਗ ਘੜੀਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦ ਉਪਦੇਸ਼ ਦੀ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼
ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਪਵਿੱਤਰ ਸ਼ਲੋਕ ਸਤਿਗੁਰੂ ਜੀਏ 23ਵਾਂ ਸ਼ਬਦ ਜੋ ਹੈ 22 ਪੌੜੀਆਂ ਸੰਪੂਰਨ ਹੋਈਆਂ ਹਨ ਮਾਝ ਰਾਗ ਦੀ ਵਾਰ ਦੀਆਂ। ਇਹ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ 23ਵਾਂ ਸ਼ਬਦ ਜੋ ਹੈ ਸਤਿਗੁਰੂ ਜੀ ਉਚਾਰਨ ਕਰਦੇ ਹੈ। ਹਜੂਰ ਫਰਮਾਉਂਦੇ ਹਨ ਮਾਰੋ ਮੇਹ ਨਾ ਤ੍ਰਿਪਤਿਆ। ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਜਦੋਂ ਗਰੀਬ ਨਵਾਜ ਜੀ ਨੇ ਵਸਾਇਆ ਏ, ਸਤਿਗੁਰਾਂ ਜੀ ਦੇ ਇੱਥੇ ਦਰਸ਼ਨ ਕਰਨ ਲਈ ਜਿਸ ਵਕਤ ਸਿੱਧ ਆਏ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੰਗਤ ਵਿੱਚ ਜਿੱਥੇ ਕੀਰਤਨ ਸੁਣਦੇ ਹੈ, ਮਹਾਰਾਜ ਦੇ ਸ਼੍ਰੀ ਕੰਠ ਤੋਂ ਉਪਦੇਸ਼ ਪਾ ਕਰਕੇ ਨਿਹਾਲ ਹੁੰਦੇ ਹੈ। ਕਈ ਚਿਰ ਸਤਿਗੁਰਾਂ ਦੀ ਸੰਗਤ ਵਿੱਚ ਗੁਜ਼ਾਰਦੇ ਹੈ। ਸਿੱਧਾਂ ਨੇ ਇੱਕ ਦਿਨ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਜੀ ਨਾਮ ਦੀ ਐਡੀ ਵੱਡੀ ਮਹਿਮਾ ਕਰਦੇ ਹੋ, ਮਹਾਰਾਜ ਸਾਨੂੰ ਦੱਸੋ ਕਿ ਆਪ ਨੂੰ ਨਾਮ ਦੀ ਕਿੰਨੀ ਕੁ ਇੱਛਾ ਰੂਪੀ ਭੁੱਖ ਹੈ। ਇਹ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ। ਤੋ ਸਿੱਧਾਂ ਦੇ ਇਹ ਬੇਨਤੀ ਕਰਨ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਹੈ ਕਿ ਭਾਈ ਸਾਨੂੰ ਨਾਮ ਦੀ ਕਿੰਨੀ ਕੁ ਭੁੱਖ ਹੈ। ਹਜੂਰ ਫਰਮਾਉਂਦੇ ਹਨ ਮਾਰੋ ਮੇਹ ਨਾ ਤ੍ਰਿਪਤਿਆ। ਜਿਹੜਾ ਹਜੂਰ ਕਹਿੰਦੇ ਸਿੱਧੋ ਮਾਰੂ ਥਲ ਹੈ ਨਾ, ਉਹ ਮੀਂਹ ਪੈਣ ਨਾਲ ਕਦੇ ਤ੍ਰਿਪਤ ਹੋ ਜਾਂਦਾ ਹੈ। ਇੱਕ ਵਾਰੀ ਪਵੇ, 2 ਵਾਰੀ ਪਵੇ ਤੇ ਸਾਰਾ ਸਾਲ ਹੀ ਪੈਂਦਾ ਰਹੇ। ਉਹ ਮਾਰੂ ਥਲ ਮਹਾਰਾਜ ਕਹਿੰਦੇ ਮੀਂਹ ਪੈਣ ਦੇ ਨਾਲ ਕਦੇ ਰੱਜਦਾ ਨਹੀਂ, ਕਦੇ ਤ੍ਰਿਪਤ ਨਹੀਂ ਹੁੰਦਾ ਏ। ਅੱਗੇ ਲਹ ਨਾ ਭੁੱਖ। ਤੇ ਜਿਹੜੀ ਅੱਗ ਵੈ ਉਹਦੀ ਭੁੱਖ ਲੱਥ ਜਾਂਦੀ ਹੈ। ਜੰਗਲਾਂ ਦੇ ਜੰਗਲ ਸਾੜ ਕੇ ਵੀ ਉਹ ਜਿਹੜੀ ਉਹਦੀ ਭੁੱਖ ਨਹੀਂ ਮਿਟਦੀ। ਹੋਰ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ ਕਿ ਅੱਗ ਦੀ ਭੁੱਖ ਮਿਟ ਜਾਂਦੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਜੰਗਲਾਂ ਦੇ ਜੰਗਲ ਵੀ ਸਵਾਹ ਕਰਕੇ ਅੱਗ ਦੀ ਜਿਹੜੀ ਭੁੱਖ ਵੈ ਉਹ ਨਹੀਂ ਮਿਟਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ। ਫਿਰ ਜਿਹੜੇ ਰਾਜਾ ਹੁੰਦਾ ਹੈ ਉਹ ਰਾਜ ਕਰ ਕਰਕੇ ਕਿਤੇ ਤ੍ਰਿਪਤ ਹੋ ਜਾਂਦਾ ਹੈ, ਨਹੀਂ ਉਹਦਾ ਤਾਂ ਹੋਰ ਇੱਛਾ ਲੱਗੀ ਰਹਿੰਦੀ ਹੈ, ਮੈਂ ਆਪਣਾ ਰਾਜ ਵਧਾਵਾਂ, ਬਹੁਤ ਮੇਰਾ ਹੋਰ ਵੀ ਐਡਾ ਰਾਜ ਹੋਵੇ। ਅਜੇ ਵੀ ਕਈ ਇੰਨੇ ਯਤਨ ਕਰਦੇ ਹੈ। ਕੋਈ ਚੀਨ ਜਿਹੜਾ ਉਹ ਕਹਿੰਦਾ ਭਾਰਤ ਦੀ ਹੱਦ ਨੂੰ ਦਬਾਉਂਦਾ ਹੈ, ਇਹ ਕਦੇ ਕੋਸ਼ਿਸ਼ ਕਰਦੇ ਹੈ ਕਿ ਸਾਡੀ ਇਹ ਜਗ੍ਹਾ ਦਿਓ। ਉਹ ਕਹਿੰਦਾ ਇਹ ਖਾਲਸਾ ਰਾਜ ਦੀ ਜਗ੍ਹਾ ਹੈ। ਜਦੋਂ ਉਹ ਆਪਣੀ ਰਾਜਧਾਨੀ ਕਾਇਮ ਕਰਨਗੇ ਉਦੋਂ ਉਹਨਾਂ ਨੂੰ ਇਹ ਦੇ ਦਿਆਂਗੇ, ਮੰਗਣਗੇ ਤਾਂ। ਇਉਂ ਇਹ ਮਹਾਰਾਜ ਸਾਹਿਬ ਜੀ ਇੱਥੇ ਹਜੂਰ ਪ੍ਰਮਾਣ ਦੇ ਰਹੇ ਹੈ, ਦ੍ਰਿਸ਼ਟਾਂਤ ਦਿਖਾ ਰਹੇ। ਫਿਰ ਦਾ ਦ੍ਰਿਸ਼ਟਾਂਤ ਜਿਹੜਾ ਆਪਾਂ ਸਰਵਣ ਕਰਾਂਗੇ। ਮਹਾਰਾਜ ਕਹਿੰਦੇ ਜਿਹੜੇ ਰਾਜੇ ਲੋਕ ਹੁੰਦੇ ਹੈ, ਰਾਜਾ ਰਾਜ ਨਾ ਤ੍ਰਿਪਤਿਆ। ਉਹ ਰਾਜ ਕਰ ਕਰਕੇ ਤ੍ਰਿਪਤ ਥੋੜ੍ਹਾ ਹੁੰਦਾ ਹੈ, ਹੋਰ ਇੱਛਾ ਬਣੀ ਰਹਿੰਦੀ ਹੈ। ਆ ਵੋਟਾਂ ਵਾਲੇ ਵੀ ਕਿੰਨੀ ਯਤਨ ਕਰਦੇ ਹੈ ਕਿ ਹਰੇਕ ਸਾਲ ਸਾਡੀ ਸਰਕਾਰ ਹੀ ਬਣੇ, ਅਸੀਂ ਹੀ ਰਾਜ ਕਰੀਏ।
ਇਹ ਰਾਜ ਕਰ ਕਰਕੇ ਕਿਸੇ ਨੂੰ ਤ੍ਰਿਪਤੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਭਾਈ ਰਾਜਾ ਰਾਜ ਕਰ ਕਰਕੇ ਜਿਵੇਂ ਕਿਹੜਾ ਕੋਈ ਤ੍ਰਿਪਤ ਹੋਇਆ ਹੈ, ਹੋਰ ਤੋਂ ਹੋਰ ਰਾਜ ਵਧਾਉਣ ਦੀ, ਰਾਜ ਕਰਨ ਦੀ ਇੱਛਾ ਜਿਹੜੀ ਆ ਉਹ ਬਣੀ ਰਹਿੰਦੀ ਆ। ਸਾਇਰ ਭਰੇ ਕੇ ਸੁਖ, ਤੇ ਜਿਹੜੇ ਸਾਇਰ ਸਮੁੰਦਰ ਹਨ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਕਿਸੁੱਕ ਕਿਹਨੇ ਭਰੇ ਆ? ਆਪਣੇ ਆਪ ਹੀ ਭਰੇ ਹੋਏ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਦੂਸਰਾ ਪਾਠ ਹੈ ਕਿ ਸੁੱਕ, ਕਿ ਇਹ ਜੇ ਸੁੱਕ ਜਾਣ ਤੇ ਇਹਨੂੰ ਸਾਗਰਾਂ ਨੂੰ ਕੌਣ ਭਰ ਸਕਦਾ ਹੈ? ਇਹ ਵੇਖੋ ਇੰਨੇ ਦਰਿਆ ਪੈਂਦੇ ਆ ਕੇ, ਇੰਨੀਆਂ ਨਦੀਆਂ ਪੈਂਦੀਆਂ ਸਮੁੰਦਰ ਵਿੱਚ, ਤੇ ਕੀ ਸਮੁੰਦਰ ਕਹਿੰਦਾ ਕਿ ਮੈਂ ਹੁਣ ਰੱਜ ਗਿਆ ਵੀ ਮੇਰੇ 'ਚ ਹੋਰ ਦਰਿਆ ਨਾ ਸੁੱਟੋ, ਮੈਂ ਹੁਣ ਹੋਰ ਨਦੀ ਨਹੀਂ ਪ੍ਰਵਾਨ ਕਰ ਸਕਦਾ। ਤੇ ਉਹ ਤਾਂ ਭਾਈ ਸਮੁੰਦਰ ਜਿਹੜਾ ਉਹਦੇ 'ਚ ਜਿੰਨੀਆਂ ਮਰਜ਼ੀ ਨਦੀਆਂ ਆ ਕੇ ਪੈਂਦੀਆਂ ਨੇ, ਦਰਿਆ ਆ ਕੇ ਪੈਂਦੇ ਆ, ਤੇ ਸਮੁੰਦਰ ਕੋਈ ਰੱਜ ਥੋੜ੍ਹਾ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿਖਾਇਆ ਸਿੱਧਾਂ ਨੂੰ। ਹੁਣ ਮਹਾਰਾਜ ਦਾ ਦ੍ਰਿਸ਼ਟਾਂਤ ਸਤਿਗੁਰੂ ਜੀ ਜਿਵੇਂ ਦੱਸਦੇ ਹਨ, ਸੁਣੋ ਪਿਆਰ ਨਾਲ। ਮਾਰੋ ਮੇਹ ਨਾ ਤ੍ਰਿਪਤਿਆ। ਸਾਧ ਸੰਗਤ ਜੀ, ਇਹ ਨਾਮ ਦੀ ਭੁੱਖ ਹਜੂਰ ਨੇ ਦਿਖਾਈ ਹੈ ਸੱਚੇ ਪਾਤਸ਼ਾਹ ਨੇ। ਇਹ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਨਾਮ ਦੀ ਭੁੱਖ ਲੱਗਦੀ ਹੈ ਨਾ, ਸਤਿਗੁਰੂ ਜੀ ਕਹਿੰਦੇ ਐਸੀ ਤੀਬਰ ਭੁੱਖ ਲੱਗਦੀ ਹੈ, ਸੰਸਾਰ ਦੇ ਪਦਾਰਥਾਂ ਵੱਲੋਂ ਤਾਂ ਉਹ ਰੱਜ ਜਾਂਦੇ ਹੈ, ਪਰ ਪ੍ਰਭੂ ਦੇ ਨਾਮ ਵੱਲੋਂ ਉਹਨਾਂ ਨੂੰ ਰੱਜ ਨਹੀਂ ਆਉਂਦਾ। ਉਹ ਪ੍ਰਮਾਣ ਮਹਾਰਾਜ ਦਿੱਤਾ ਹੈ ਕਿ ਮਾਰੂ ਮੀਹ ਨ ਤ੍ਰਿਪਤਿਆ। ਜਿਹੜਾ ਮਾਰੂ ਥਲ ਹੈ ਇਹਦੇ ਤੇ ਬਰਖਾ ਹੁੰਦੀ ਹੈ, ਤੇ ਉਹ ਤਾਂ ਬਰਖਾ ਹੋ ਕੇ ਹਟੇ ਤੇ ਫਿਰ ਉਹੋ ਜਿਹਾ ਹੀ ਹੁੰਦਾ, ਹੋਰ ਬਰਖਾ ਚਾਹੁੰਦਾ ਹੈ, ਹੋਰ ਬਰਖਾ ਚਾਹੁੰਦਾ ਹੈ। ਜਿਹੜੇ ਪਿਆਰ ਵਾਲੇ ਹਿਰਦੇ ਆ ਨਾ, ਮਹਾਰਾਜ ਕਹਿੰਦੇ ਆ ਉਹਨਾਂ ਦੇ ਹਿਰਦਿਆਂ ਰੂਪੀ ਮਾਰੂ ਥਲ ਦੇ ਉੱਪਰ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਦੀ ਬਰਖਾ ਹੁੰਦੀ ਹੈ ਨਾ, ਤਾਂ ਮਹਾਰਾਜ ਕਹਿੰਦੇ ਉਹ ਹੋਰ ਗੁਰੂ ਜੀ ਦਾ ਉਪਦੇਸ਼ ਸੁਣਨਾ ਚਾਹੁੰਦੇ। ਇਹ ਥੋੜਾ ਕਹਿੰਦੇ ਆ ਕਿ ਭਾਈ ਸਵੇਰੇ ਕੀਰਤਨ ਸੁਣ ਲਿਆ ਤਾਂ ਹੁਣ ਸ਼ਾਮ ਨੂੰ ਨਹੀਂ ਸੁਣਨਾ। ਉਹ ਤਾਂ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਇਹੋ ਜਿਹਾ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਗੁਰੂ ਜੀ ਦੇ ਉਪਦੇਸ਼ ਦੀ ਬਰਖਾ ਹੁੰਦੀ ਹੀ ਰਹੇ, ਹੁੰਦੀ ਹੀ ਰਹੇ। ਸਾਡੇ ਹਿਰਦੇ ਰੂਪੀ ਮਾਰੂ ਥਲ ਦੇ ਉੱਤੇ ਮਹਾਰਾਜ ਦੀ ਬਾਣੀ ਦਾ ਮੀਂਹ ਪੈਂਦਾ ਹੀ ਰਹੇ। ਜੇ ਇੰਨਾ ਸਾਧ ਸੰਗਤ ਜੀ ਉਹਨਾਂ ਦਾ ਤੀਬਰ ਮਨ ਜਿਹੜਾ ਹੈ ਮਹਾਰਾਜ ਦੇ ਪਿਆਰ ਵਿੱਚ ਭਿੱਜ ਜਾਂਦਾ ਹੈ। ਭਾਈ ਪਾਰੋ ਜੀ ਦਾ ਜਿਵੇਂ ਜ਼ਿਕਰ ਆਉਂਦਾ ਹੈ, ਮਹਾਰਾਜ ਜੀ ਨੇ ਭਾਈ ਪਾਰੋ ਜੀ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਮੈਨੂੰ ਨਾਮ ਦੀ ਦਾਤ ਦਿਓ, ਸਤਿਗੁਰਾਂ ਜੀ ਕਿਹਾ ਭਾਈ ਪਾਰੋ ਤੂੰ ਰਸਨਾ ਨਾਲ ਨਾਮ ਜਪਿਆ ਕਰ। ਭਾਈ ਪਾਰੋ ਜੀ ਰਸਨਾ ਨਾਲ ਨਾਮ ਜਪਦੇ, ਫਿਰ ਭਾਈ ਪਾਰੋ ਜੀ ਦਾ ਜਾਪ ਕੰਠ 'ਚ ਚੱਲਣ ਲੱਗ ਪਿਆ। ਤੇ ਮਹਾਰਾਜ ਦੀ ਕਿਰਪਾ ਇੰਨੀ ਵਰਤੀ, ਸਤਿਗੁਰਾਂ ਜੀ ਦੇ ਕੋਲ ਫਿਰ ਬੇਨਤੀ ਕੀਤੀ, ਮਹਾਰਾਜ ਮੈਨੂੰ ਇਹਦੋਂ ਅੱਗੇ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਚੰਗਾ ਭਾਈ ਪਾਰੋ, ਤੇਰਾ ਨਾਂ ਹੁਣ ਜਾਪ ਜਿਹੜਾ ਮੱਧਮਾ ਬਾਣੀ 'ਚ ਚੱਲਦਾ, ਪਸੰਤੀ ਬਾਣੀ 'ਚ ਚੱਲਿਆ ਕਰੇਗਾ। ਹਿਰਦੇ ਵਿੱਚ ਜਾਪ ਚਲੇ ਗਿਆ। ਫਿਰ ਉੱਥੇ ਕਿੰਨੀ ਮਿਹਨਤ ਕੀਤੀ, ਜਾਪ ਕੀਤਾ, ਫਿਰ ਆਪੇ ਹੀ ਜਿਹੜਾ ਸੀ ਨਾ ਇਹ ਅਵਸਥਾ ਹੋਈ ਕਿ ਭਾਈ ਪਾਰੋ ਜੀ ਪਰਾ ਬਾਣੀ ਵਿੱਚ ਜਾਪ ਕਰਨ ਲੱਗ ਪਏ, ਜਿਹੜੀ ਨਾਭੀ ਵਿੱਚ ਹੁੰਦੀ। ਇੱਥੇ ਜਾਪ ਕਰਦੇ ਆਨੰਦ ਲੈਂਦੇ ਐ, ਇਹ ਬੜੀ ਵੱਡੀ ਅਵਸਥਾ ਹੈ। ਪਰ ਫਿਰ ਮਹਾਰਾਜ ਦੇ ਕੋਲ ਆ ਕੇ ਕਹਿੰਦੇ ਆ ਤ੍ਰਿਪਤੀ ਨਹੀਂ ਹੈ, ਹੋਰ ਮੰਗਦੇ ਆ, ਮਹਾਰਾਜ ਕਿਰਪਾ ਕਰੋ ਐਦੋਂ ਅੱਗੇ ਅਵਸਥਾ ਦਿਓ। ਮਹਾਰਾਜ ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਪਾਰੋ, ਤੇਰੇ ਰੋਮ ਰੋਮ ਚੋਂ ਗੁਰਮੰਤਰ ਹੁਣ ਸੁਣਿਆ ਕਰੇਗਾ। ਸਾਰੇ ਸਰੀਰ ਦੇ ਰੋਮ ਜ਼ਬਾਨਾਂ ਬਣ ਜਾਂਦੇ। ਭਾਈ ਪਾਰੋ ਜੀ ਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ, ਤੇ ਇਹ ਗੁਰਮੁਖ ਦੀ ਅਵਸਥਾ ਮਹਾਰਾਜ ਨੇ ਕਿਹਾ ਗੁਰਮੁਖ ਰੋਮ ਰੋਮ ਹਰਿ ਧਿਆਵੈ। ਫਿਰ ਇੱਥੇ ਹੀ ਰੱਜ ਨਹੀਂ, ਫਿਰ ਸਤਿਗੁਰਾਂ ਜੀ ਨੂੰ ਕਹਿੰਦੇ ਆ ਮਹਾਰਾਜ ਆਪ ਜੀ ਨੇ ਤਾਂ ਬੜਾ ਹੀ ਤਰਸ ਕੀਤਾ, ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੇ ਤੇ ਹੋਰ ਬਖਸ਼ਿਸ਼ ਕਰੋ, ਮਹਾਰਾਜ ਐਦੋਂ ਅੱਗੇ ਅਵਸਥਾ ਬਖਸ਼ਿਸ਼ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚੰਗਾ ਭਾਈ ਪਾਰੋ, ਤੈਨੂੰ ਇਸ ਧਰਤੀ ਪਤਾਲ ਆਕਾਸ਼ ਵਿੱਚੋਂ ਸਭ ਨਾਮ ਹੀ ਸੁਣਿਆ ਕਰੇਗਾ, ਹੋਰ ਤੈਨੂੰ ਕੋਈ ਆਵਾਜ਼ ਨਹੀਂ ਸੁਣੂਗੀ ਦੂਸਰੀ।
ਜੇਤਾ ਸੁਣਨਾ ਤੇਤਾ ਨਾਮ ਵਾਲੀ ਅਵਸਥਾ ਮਹਾਰਾਜ ਬਖਸ਼ਿਸ਼ ਕਰ ਦਿੱਤੀ ਭਾਈ ਪਾਰੋ ਨੂੰ। ਤੇ ਭਾਈ ਪਾਰੋ ਇਸ ਅਵਸਥਾ ਵਿੱਚ ਬੜਾ ਆਨੰਦ ਲਿਆ। ਤੇ ਵੇਖ ਲਓ ਰਿਦਾ ਰੂਪੀ ਮਾਰੂਥਲ ਕਿੰਨਾ ਜ਼ਿਆਦਾ ਮਹਾਰਾਜ ਜੀ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ, ਹੋਰ ਬਖਸ਼ਿਸ਼ ਚਾਹੁੰਦੇ ਹੈ, ਹੋਰ ਕਿਰਪਾ ਚਾਹੁੰਦੇ ਹੈ। ਭਾਈ ਪਾਰੋ ਜੀ ਨੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਦੋਂ ਅੱਗੇ ਅਵਸਥਾ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਭਾਈ ਪਾਰੋ ਐਦੋਂ ਅੱਗੇ ਅਵਸਥਾ ਨਹੀਂ ਹੁਣ ਹੈ, ਤੇਰਾ ਸਰੀਰ ਹੀ ਵੱਖਰਾ ਦਿਸ ਰਿਹਾ ਏ, ਤੂੰ ਸਾਡਾ ਹੀ ਰੂਪ ਹੋ ਗਿਆ, ਤੇਰੇ ਵਿੱਚ ਤੇ ਸਾਡੇ ਵਿੱਚ ਭਾਈ ਪਾਰੋ ਫਰਕ ਨਹੀਂ ਕੋਈ ਰਹਿ ਗਿਆ। ਜੇ ਹੁਣ ਤੇਰੇ ਕੋਲੋਂ ਸਰੀਰਾਂ ਦੀ ਦੂਰੀ ਵੀ ਨਹੀਂ ਜਰੀ ਜਾਂਦੀ ਤੇ ਜਾਂ ਫਿਰ ਆਪਣੇ ਨਗਰ ਜਾ, ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਤਿਆਗ ਦੇ, ਸਾਡੇ ਸਰੀਰ ਵਿੱਚ ਅਭੇਦ ਹੋ ਜਾ। ਭਾਈ ਪਾਰੋ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਇਉਂ ਹੀ ਕੀਤਾ। ਫਿਰ ਆਪਣੇ ਨਗਰ ਗਏ, ਸਾਰੀਆਂ ਘਰ ਦੀਆਂ ਚੀਜ਼ਾਂ ਦਾਨ ਪੁੰਨ ਕਰ ਦਿੱਤੀਆਂ। ਘੋੜੀ ਸੀ ਇੱਕ, ਉਹ ਮਹਾਰਾਜ ਦੀ ਸੇਵਾ ਵਿੱਚ ਗੋਇੰਦਵਾਲ ਸਾਹਿਬ ਭੇਜ ਦਿੱਤੀ। ਤੇ ਆਪ ਭਾਈ ਪਾਰੋ ਜੀ ਚਿਹਰੇ ਤੇ ਚਾਦਰਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਦਾ ਸਰੀਰ ਤਿਆਗ ਦਿੱਤਾ। ਮਹਾਰਾਜ ਦੇ ਸਰੂਪ ਦੇ ਅੰਦਰ ਅਭੇਦ ਹੋ ਗਏ। ਸਤਿਗੁਰੂ ਜੀ ਕਹਿੰਦੇ ਆ ਸਿੱਧੋ, ਮਾਰੂਥਲ ਕਦੇ ਮੀਂਹ ਪੈਣ ਨਾਲ ਰੱਜ ਜਾਂਦਾ ਹੈ, ਹੋਰ ਜਿੰਨਾ ਮਰਜੀ ਮੀਂਹ ਪਈ ਜਾਵੇ। ਇਉਂ ਜਿਹੜੇ ਗੁਰਸਿੱਖ ਮਹਾਰਾਜ ਦੀ ਬਾਣੀ ਦਾ ਉਪਦੇਸ਼ ਸੁਣਦੇ ਆ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸਿੱਖਿਆ ਨੂੰ ਸੁਣਦੇ ਆ, ਉਹਨਾਂ ਨੂੰ ਹੋਰ ਤੋਂ ਹੋਰ ਇੱਛਾ ਲੱਗੀ ਰਹਿੰਦੀ ਹੈ। ਕਦੇ ਜਿਹੜੇ ਸਤਸੰਗੀ ਪ੍ਰੇਮੀ ਹੈ, ਉਹਨਾਂ ਨੇ ਕਿਹਾ ਕਿ ਭਾਈ ਮੈਂ ਹੁਣ 10 ਸਾਲ ਕਥਾ ਸੁਣ ਲਈ, ਆਪਦੀ ਜ਼ਿੰਦਗੀ 'ਚ ਬੜੀ ਹੈ, ਹੁਣ ਹੋਰ ਕੀ ਸੁਣ ਕੇ ਕਰਨੀ ਹੈ। ਉਹ ਕਹਿੰਦੇ ਨਹੀਂ, ਜਿੰਨਾ ਚਿਰ ਸਾਹ ਚੱਲਦੇ ਆ ਨਾ, ਉਹਨਾਂ ਚਿਰ ਤਾਂ ਮਹਾਰਾਜ ਦਾ ਜਸ ਸੁਣਨਾ ਹੀ ਹੈ। ਉਹਨਾਂ ਨੂੰ ਬੜੀ ਤੀਬਰ ਇੱਛਾ ਹੁੰਦੀ ਹੈ ਕਿ ਜਦੋਂ ਤੱਕ ਸਰੀਰ ਕਾਇਮ ਹੈ, ਸਾਹ ਚੱਲਦੇ ਹੈ, ਉਹਨਾਂ ਚਿਰ ਤਾਂ ਸੰਗਤ 'ਚ ਆਉਣੋਂ ਨਹੀਂ ਹਟਦੇ। ਉਹ ਇੰਨਾ ਪ੍ਰੇਮ ਹੁੰਦਾ, ਕਈ ਤਾਂ ਡਾਕਟਰਾਂ ਨੇ ਮਨਾ ਵੀ ਕੀਤਾ ਹੁੰਦਾ ਹੈ, ਗਲੂਕੋਜ਼ ਵੀ ਲੱਗੇ ਹੁੰਦੇ ਆ, ਤਾਂ ਵੀ ਸੂਈਆਂ ਕੱਢ ਕੇ ਗਲੂਕੋਜ਼ ਦੀਆਂ ਮਹਾਰਾਜ ਦੀ ਸੰਗਤ 'ਚ ਹੀ ਆ ਜਾਂਦੇ ਆ। ਇਹ ਉਹਨਾਂ ਨੂੰ ਮਹਾਰਾਜ ਕਹਿੰਦੇ ਇੰਨੀ ਤੀਬਰ ਇੱਛਾ ਏ, ਇੰਨੀ ਭੁੱਖ ਵੈ ਸੱਚੇ ਨਾਮ ਦੀ। ਜਿਵੇਂ ਹਜੂਰ ਕਹਿੰਦੇ ਮਾਰੂਥਲ ਕਦੇ ਮੀਂਹ ਦੇ ਪੈਣ ਨਾਲ ਰੱਜਦਾ ਨਹੀਂ, ਇਵੇਂ ਉਹਨਾਂ ਦਾ ਰਿਦਾ ਰੂਪੀ ਮਾਰੂਥਲ ਕਦੇ ਗੁਰੂ ਜੀ ਦਾ ਉਪਦੇਸ਼ ਸੁਣ ਸੁਣ ਕੇ ਰੱਜਦਾ ਨਹੀਂ। ਉਪਦੇਸ਼ ਵੱਲੋਂ, ਸੰਸਾਰ ਦੇ ਪਦਾਰਥਾਂ ਵੱਲੋਂ ਤੇ ਰੱਜ ਜਾਂਦਾ ਹੈ। ਬ੍ਰਹਮ ਦੇ ਜਿਹੜੇ ਇਸ ਪ੍ਰਕਾਰ ਬ੍ਰਹਮ ਲੋਕ ਤੱਕ ਦੇ ਜਿਹੜੇ ਪਦਾਰਥ ਵਾ, ਉਹਨਾਂ ਵੱਲੋਂ ਵੀ ਰੱਜ ਜਾਂਦਾ ਹੈ। ਕਦੇ ਉਹਨਾਂ ਨੂੰ ਬ੍ਰਹਮਾ ਦੀ ਪਦਵੀ ਲੈਣ ਦੀ ਇੱਛਾ ਨਹੀਂ ਫੁਰਦੀ, ਕਦੇ ਇੰਦਰ ਪਦਵੀ ਲੈਣ ਦੀ ਇੱਛਾ ਨਹੀਂ ਫੁਰਦੀ, ਰੱਜ ਜਾਂਦਾ ਹੈ ਮਨ, ਪਰ ਮਹਾਰਾਜ ਜੀ ਦੇ ਉਪਦੇਸ਼ ਵੱਲੋਂ ਨਹੀਂ ਰੱਜਦਾ। ਹੋਰ ਹੋਰ ਸੁਣਨ ਦੀ ਇੱਛਾ, ਤੀਬਰ ਤੋਂ ਤੀਬਰ ਇੱਛਾ ਜਿਹੜੀ ਹੈ, ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਣਦੀ ਹੈ ਅੰਦਰ ਜਿਹੜੇ ਪ੍ਰੇਮੀ ਹਨ ਮਹਾਰਾਜ ਜੀ ਦੇ ਨਾਮ ਦੇ। ਅੱਗੇ ਲਹਾ ਨਾ ਭੁੱਖ। ਫਿਰ ਦੂਸਰਾ ਪ੍ਰਮਾਣ ਮਹਾਰਾਜ ਦਿੱਤਾ ਕਿ ਭਾਈ ਅੱਗ ਦੀ ਭੁੱਖ ਲੱਥ ਜਾਂਦੀ ਹੈ, ਜੰਗਲਾਂ ਦੇ ਜੰਗਲ ਸਾੜ ਕੇ ਨਹੀਂ ਲੱਥਦੀ। ਇਸੇ ਤਰ੍ਹਾਂ ਉਹਨਾਂ ਦੇ ਅੰਦਰ ਬ੍ਰਹਮ ਅਗਨੀ ਦੀ ਜਿਹੜੀ ਹੈ ਨਾ ਅੱਗ, ਉਹ ਪ੍ਰਚੰਡ ਹੈ ਬਹੁਤ ਜ਼ਿਆਦਾ। ਤੇ ਬ੍ਰਹਮ ਅਗਨੀ ਦੀ ਅੱਗ ਦੇ ਅੰਦਰ, ਉਸ ਬ੍ਰਹਮ ਅਗਨੀ ਦੇ ਵਿੱਚ ਉਹਨਾਂ ਨੇ ਸੰਕਲਪਾਂ ਵਿਕਲਪਾਂ ਦੀਆਂ ਸਾਰੀਆਂ ਲੱਕੜਾਂ ਨੂੰ ਸਾੜ ਦਿੱਤਾ ਹੈ। ਤੇ ਫਿਰ ਵੀ ਸੰਸਾਰ ਨੂੰ ਮਿਥਿਆ ਨਿਸ਼ਚੈ ਕਰਨ ਰੂਪ ਉਹਨਾਂ ਨੂੰ ਸਾਧ ਸੰਗਤ ਜੀ, ਉਹ ਅੱਗ ਉਹਨਾਂ ਦੀ ਕਿਤੇ ਬ੍ਰਹਮ ਗਿਆਨ ਮੱਠਾ ਪੈ ਜਾਂਦਾ ਹੈ? ਨਹੀਂ, ਉਹ ਤਾਂ ਪ੍ਰਚੰਡ ਵੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਉੱਥੇ ਏਡਾ ਤਿੱਖਾ ਗਿਆਨ ਹੈ, ਸੰਕਲਪ ਵਿਕਲਪ ਸਾਰੇ ਛੀਨ ਹੋ ਗਏ ਆ, ਸਾਰੇ ਫੁਰਨਿਆਂ ਰੂਪੀ ਲੱਕੜਾਂ ਨੂੰ ਸਾੜ ਦਿੱਤਾ ਹੈ। ਪਰ ਜਦੋਂ ਫਿਰ ਵੀ ਸੰਸਾਰ ਕਿਤੇ ਸਾਹਮਣੇ ਉਹਨਾਂ ਨੂੰ ਕੋਈ ਪਦਾਰਥ ਆਉਂਦਾ ਹੈ ਜਾਂ ਕੋਈ ਇਹੋ ਜਿਹੀ ਘਟਨਾ ਆਉਂਦੀ ਹੈ ਕਿ ਸੰਸਾਰ ਦੇ ਅੰਦਰ ਮਨ ਖੁੱਭੇ, ਉਹਨਾਂ ਦੇ ਅੰਦਰ ਬ੍ਰਹਮ ਅਗਨੀ ਏਡੀ ਪ੍ਰਚੰਡ ਹੈ ਕਿ ਸੰਸਾਰ ਨੂੰ ਮਿਥਿਆ ਨਿਸ਼ਚੈ ਕਰਨ ਰੂਪ ਉਹਨਾਂ ਦੀ ਭੁੱਖ ਹੀ ਨਹੀਂ ਲੈਂਦੀ। ਹਰ ਵੇਲੇ ਸੰਸਾਰ ਨੂੰ ਮਿਥਿਆ ਹੀ ਵੇਖਦੇ ਆ, ਝੂਠ ਹੀ ਵੇਖਦੇ ਆ ਕਿ ਇਸ ਨੂੰ ਸੰਸਾਰ ਨੂੰ ਆਪਾਂ ਛੱਡ ਕਰਕੇ ਚਲੇ ਜਾਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੋ ਜਿਹੜੇ ਬ੍ਰਹਮ ਗਿਆਨੀ ਹੈ, ਮਹਾਂਪੁਰਖ ਹੈ, ਵਾਹਿਗੁਰੂ ਦੇ ਪ੍ਰੇਮੀ ਹੈ, ਉਹਨਾਂ ਦੇ ਅੰਦਰ ਗਿਆਨ ਦੀ ਅਗਨੀ ਪ੍ਰਚੰਡ ਹੁੰਦੀ ਹੈ। ਤੇ ਇਉਂ ਸਾਰੇ ਫੁਰਨਿਆਂ ਨੂੰ, ਸੰਕਲਪਾਂ ਰੂਪੀ ਲੱਕੜਾਂ ਨੂੰ ਸਾੜਦੇ ਹੋਏ ਸੰਸਾਰ ਨੂੰ ਮਿਥਿਆ ਨਿਸ਼ਚੈ ਕਰਨ ਰੂਪ ਉਹਨਾਂ ਦੀ ਭੁੱਖ ਫਿਰ ਵੀ ਨਹੀਂ ਲੈਂਦੀ ਆ।
ਰਾਜਾ ਰਾਜ ਨਾ ਤ੍ਰਿਪਤਿਆ। ਫਿਰ ਮਹਾਰਾਜ ਤੀਸਰਾ ਪ੍ਰਮਾਣ ਦਿੱਤਾ ਕਿ ਰਾਜਾ ਜਿਵੇਂ ਰਾਜ ਕਰਦਾ ਨਹੀਂ ਤ੍ਰਿਪਤ ਹੁੰਦਾ, ਹੋਰ ਵਧਾਉਂਦੇ ਆ ਰਾਜ ਨੂੰ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਸਰੂਪ ਰੂਪੀ ਤਖਤ ਦਾ ਰਾਜ ਮਿਲ ਜਾਂਦਾ ਹੈ ਨਾ, ਬ੍ਰਹਮਾ ਆਨੰਦ ਦਾ ਰਾਜ ਮਿਲ ਜਾਂਦਾ ਹੈ, ਤੇ ਉਹ ਕਿਤੇ ਰੱਜ ਜਾਂਦੇ ਆ ਕਿ ਭਾਈ ਹੁਣ ਨਹੀਂ ਹੋਰ ਭਜਨ ਕਰਨਾ, ਬਸ ਇੰਨਾ ਬੜਾ ਬ੍ਰਹਮ ਗਿਆਨ ਹੋ ਗਿਆ, ਹੁਣ ਕੀ ਕਰਨਾ ਹੋਰ ਭਜਨ ਕਰਕੇ। ਨਹੀਂ, ਉਹ ਤਾਂ ਭਜਨ ਕਰੀ ਜਾਂਦੇ ਆ, ਨਾਮ ਜਪੀ ਚਲੇ ਜਾਂਦੇ ਆ, ਹੋਰ ਉਹਨਾਂ ਨੂੰ ਇੱਛਾ ਤੀਬਰ ਵੱਧ ਜਾਂਦੀ ਹੈ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿਖਾਇਆ। ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਹੈ। ਸੱਚੇ ਪਾਤਸ਼ਾਹ ਗੁਰਿਆਈ ਦੇ ਮਾਲਕ ਹੋਏ, ਐਡੀ ਬਿਰਧ ਅਵਸਥਾ ਸੱਚੇ ਪਾਤਸ਼ਾਹ ਜੀ ਰਾਤ ਲੱਕੜ ਦੀ ਕਿੱਲੀ ਜੋ ਕੰਧ ਵਿੱਚ ਲੱਗੀ ਹੋਈ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ, ਉਹ 'ਤੇ ਲਿਖਿਆ ਹੋਇਆ ਕਿੱਲੀ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੀ ਯਾਦਗਾਰ ਹੈ। ਅਸੀਂ ਇੰਨੇ ਜਵਾਨ ਹੋ ਕੇ ਭਜਨ ਨਹੀਂ ਕਰਦੇ। ਸਤਿਗੁਰੂ ਜੀ ਦੀ ਇੰਨੀ ਬਿਰਧ ਅਵਸਥਾ ਸੀਗੀ, ਮਹਾਰਾਜ ਸਾਹਿਬ ਜੀ ਸਾਰੀ ਸਾਰੀ ਰਾਤ ਉਸ ਕਿੱਲੀ ਨੂੰ ਪਕੜ ਕੇ ਭਜਨ ਕਰਦੇ ਰਹਿੰਦੇ, ਵਾਹਿਗੁਰੂ 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 ਜਪਦੇ। ਭੱਟਾਂ ਨੇ ਗਵਾਹੀ ਦਿੱਤੀ ਹੈ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ। ਵਾਹੋ ਵਾਹੋ ਸ਼ਬਦ ਵਾਹਿਗੁਰੂ ਦਾ ਵਾਚਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨਾ ਨਾਮ ਜਪਦੇ, ਨੀਂਦ ਦਾ ਝੋਕਾ ਵੱਜਦਾ ਤੇ ਮਹਾਰਾਜ ਜੀ ਦੇ ਮੋਢਿਆਂ ਦੇ ਕੜਾਕੇ ਨਿਕਲ ਜਾਂਦੇ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਨੂੰ ਮਹਾਰਾਜ ਇੰਨਾ ਕਸ਼ਟ ਨਾ ਦਿਆ ਕਰੋ। ਸਤਿਗੁਰੂ ਗਰੀਬ ਨਵਾਜ ਆਪ ਤਖਤ ਦੇ ਮਾਲਕ ਹੋ, ਸਤਿਗੁਰੂ ਜੀ ਕਿਉਂ ਇੰਨਾ ਕਸ਼ਟ ਦਿੰਦੇ ਆਪਣੇ ਸਰੀਰ ਨੂੰ। ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਜਿਸ ਮੰਤਰ ਦੇ ਜਪਣੇ ਕਰਕੇ ਸਾਨੂੰ ਗੁਰੂ ਦੇਵ ਦੀ ਬਖਸ਼ਿਸ਼ ਮਿਲੀ ਹੈ ਨਾ, ਉਹ ਮੰਤਰ ਹੁਣ ਸਾਥੋਂ ਛੱਡਿਆ ਨਹੀਂ ਜਾਂਦਾ। ਇੰਨੀ ਤੀਬਰਤਾ ਨਾਲ ਸੱਚੇ ਪਾਤਸ਼ਾਹ ਜੀ ਆਪ ਜਪਦੇ। ਇਹ ਮਹਾਰਾਜ ਸਿੱਧਾਂ ਦੇ ਪੁੱਛਣ ਤੋਂ ਦਿਖਾ ਰਹੇ ਆ, ਜਿਵੇਂ ਕੋਈ ਪੁੱਛ ਹੀ ਲੈਂਦੇ, ਭਾਈ ਤੁਸੀਂ ਕਿੰਨਾ ਕੁ ਨਾਮ ਜਪਦੇ ਆ। ਮਹਾਰਾਜ ਕਹਿੰਦੇ ਕਿੰਨਾ ਕੁ ਦੱਸ ਦਈਏ ਭਾਈ ਸਿੱਧੋ ਤੁਹਾਨੂੰ। ਮਾਰੂ ਥਲ ਦੱਸ ਸਕਦਾ ਕਿ ਮੈਨੂੰ ਕਿੰਨਾ ਕੁ ਮੀਂਹ ਚਾਹੀਦਾ? ਉਹ ਤੋਂ ਥੋੜੋ ਦੱਸ ਸਕਦਾ, ਕਹਿੰਦਾ ਜਿੰਨਾ ਪਈ ਜਾਏ ਘੱਟ ਹੀ ਹੈ। ਉਹ ਕਹਿੰਦੇ ਜਿੰਨਾ ਕੀਰਤਨ ਸੁਣ ਲਈਏ ਘੱਟ ਹੀ ਹੈ, ਜਿੰਨੀ ਕਥਾ ਸੁਣ ਲਈਏ ਘੱਟ ਹੀ ਹੈ, ਜਿੰਨੀ ਬਾਣੀ ਪੜ੍ਹ ਲਈਏ। ਸੰਤ ਬਾਬਾ ਅਤਰ ਸਿੰਘ ਜੀ 35 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਕੇ ਵੀ ਹੋਰ ਉਹਨਾਂ ਦੀ ਇੱਛਾ ਹੈ, ਕਿੱਥੇ ਇੱਕ ਕਰਕੇ ਅਸੀਂ ਕਹਿੰਦੇ ਮੁੱਕ ਗਿਆ ਕੰਮ, ਪੜਿਆ ਤਾਂ ਸੀਗਾ ਸੁਖਮਨੀ ਸਾਹਿਬ। ਇਹ ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਨਾਮ ਵੱਲੋਂ, ਇੰਨੀ ਤੀਬਰ ਇੱਛਾ ਹੈ। ਮਹਾਰਾਜ ਨੇ ਕਿਹਾ ਰਾਜਾ ਰਾਜ ਨਾ ਤ੍ਰਿਪਤਿਆ। ਤ੍ਰਿਪਤ ਥੋੜਾ ਹੁੰਦਾ ਰਾਜਾ ਰਾਜ ਕਰ ਕਰਕੇ। ਉਹਨਾਂ ਕੋਲ ਰਾਜ ਕਿਹੜਾ ਹੈ? ਬ੍ਰਹਮ ਗਿਆਨ ਦਾ ਰਾਜ ਹੈ, ਵਾਹਿਗੁਰੂ ਦੇ ਪਿਆਰ ਰਸ ਦਾ ਰਾਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਤਮਿਕ ਆਨੰਦ ਦਾ ਰਾਜ ਹੈ, ਸਰੂਪ ਰੂਪੀ ਤਖਤ ਦਾ ਰਾਜ ਹੈ, ਤੇ ਸਾਖਿਆਤਤਾ ਹੈ ਮਹਾਰਾਜ ਦੇ ਅੰਦਰ, ਅਭੇਦਤਾ ਹੈ ਮਹਾਰਾਜ ਦੇ ਅੰਦਰ। ਰੋਮ ਰੋਮ ਭਜਨ ਕਰੀ ਜਾਂਦਾ ਏ, ਪਰ ਫਿਰ ਵੀ ਸਾਧ ਸੰਗਤ ਜੀ ਕਮਾਈ ਕਰਨ ਰੂਪ ਆਪਣੇ ਇਸ ਗਿਆਨ ਰੂਪੀ ਰਾਜ ਨੂੰ ਵਧਾਉਣ 'ਚ ਹੀ ਲੱਗੇ ਰਹਿੰਦੇ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਦਰ ਹੀ ਸਾਡਾ ਸੁਰਤਾ ਹਰ ਵੇਲੇ ਟਿਕਿਆ ਰਹੇ। ਕਦੇ ਵੀ ਉਹ ਆਪਣਾ ਰੰਚਕ ਮਾਤਰ ਵੀ ਫੁਰਨਾ ਬਾਹਰ ਨੂੰ ਨਹੀਂ ਕਰਦੇ। ਇਉਂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਸਦਾ ਹੀ ਭਜਨ ਵਿੱਚ ਸਗੋਂ ਹੋਰ ਚਿੱਤ ਤੀਬਰਤਾ ਨਾਲ ਜੁੜਿਆ ਰਹਿੰਦਾ ਹੈ। ਸੰਸਾਰ ਵੱਲ ਨੂੰ ਆਪਣਾ ਮੁੱਖ ਨਹੀਂ ਕਰਦੇ। ਕਿੰਨੀ ਕੁ ਭੁੱਖ ਕਹਿ ਦਈਏ, ਰਾਜੇ ਦੀ ਭੁੱਖ ਲੱਥ ਜਾਂਦੀ ਹੈ? ਨਹੀਂ ਲੱਥਦੀ ਨਾ। ਇਉਂ ਮਹਾਰਾਜ ਕਹਿੰਦੇ ਭਾਈ ਬ੍ਰਹਮ ਬੇਤੇ ਦੀ ਭੁੱਖ ਜਿਹੜੀ ਹੈ ਭਜਨ ਕਰਨ ਨਾਲ, ਭਜਨ ਵੱਲੋਂ ਨਹੀਂ ਲੱਥਦੀ, ਸਗੋਂ ਹੋਰ ਭਜਨ ਦੀ ਭੁੱਖ ਲੱਗਦੀ ਹੈ। ਕਿਹਾ ਨਾ ਸਤਿਗੁਰਾਂ ਜੀ ਨੇ ਕਿ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਇਹ ਦੁੱਖ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ, ਉਹ ਫਿਰ ਸਾਰੇ ਹੀ ਦੁੱਖ ਉਹਦੇ ਨਾਮ ਹੀ ਖਾ ਜਾਂਦਾ ਹੈ, ਨਾਸ਼ ਕਰ ਦਿੰਦਾ ਹੈ। ਜਿਵੇਂ ਪੁੱਛਦੇ ਆ ਕਈ ਪ੍ਰੇਮ ਨਾਲ ਕਿ ਮਹਾਰਾਜ ਨਾਮ ਜਪਣ ਦੀ ਵਿਧੀ ਕੀ ਹੈ? ਕਿਉਂਕਿ ਸ਼ਾਇਦ ਇਹ ਮਹਿਸੂਸ ਕਰਦੇ ਆ ਕਿ ਕੋਈ ਚੌਂਕੜਾ ਲਾਉਣ 'ਚ ਫਰਕ ਹੋਣਾ ਜਿਹੜੇ ਮੇਰੀ ਸੁਰਤ ਨਹੀਂ ਜੁੜਦੀ, ਸ਼ਾਇਦ ਜਾਂ ਕੋਈ ਖਲੜੀ ਖੁਲੜੀ ਥੱਲੇ ਵਿਛਾਉਣੀ ਚਾਹੀਦੀ ਹੈ ਤਾਂ ਨਹੀਂ ਸੁਰਤ ਜੁੜਦੀ, ਸ਼ਾਇਦ ਜਾਂ ਖਾਣ ਪੀਣ 'ਚ ਕੋਈ ਫਰਕ ਹੋਵੇ ਤਾਂ ਨਹੀਂ ਸੁਰਤ ਜੁੜਦੀ। ਅਸਲ ਵਿੱਚ ਸਾਧ ਸੰਗਤ ਜੀ ਫਰਕ ਤਾਂ ਭਾਵੇਂ ਹੋਵੇ, ਪਰ ਅਸਲ ਵਿੱਚ ਕੀ ਹੈ ਕਿ ਨਾਮ ਦੀ ਭੁੱਖ ਹੀ ਨਹੀਂ ਮਨ ਨੂੰ ਲੱਗੀ। ਜੇ ਕੋਈ ਭੁੱਖਾ ਪੁਰਸ਼ ਹੈ ਉਹ ਤੁਹਾਨੂੰ ਪੁੱਛੂਗਾ ਕਿ ਭੋਜਨ ਸਾਹਮਣੇ ਪਿਆ ਹੋਵੇ ਤੇ ਮਹਾਰਾਜ ਇਹਦੇ ਖਾਣ ਦੀ ਵਿਧੀ ਦੱਸੋ ਮੈਨੂੰ ਕੀ ਹੈ। ਹੁਣ ਨਹੀਂ ਪੁੱਛਣਾ ਕਿ ਇਹਦੇ ਖਾਣ ਦੀ ਵਿਧੀ ਕੀ ਆ, ਹੁਣ ਤਾਂ ਖਾਣ ਲੱਗ ਜਾਣਾ।
ਹੁਣ ਤਾਂ ਛਕਣ ਲੱਗ ਜਾਣਾ ਉਸੇ ਵੇਲੇ। ਮਹਾਰਾਜ ਜੀ ਕਿਹਾ ਕਿ ਭੁੱਖ ਨਹੀਂ ਭਾਈ ਲੱਗਦੀ ਜੀਆਂ ਨੂੰ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਨਾ, ਉਹ ਫਿਰ ਵਿਧੀ ਨਹੀਂ ਪੁੱਛਦਾ ਹੈ, ਉਹ ਤਾਂ ਜਪਣ ਲੱਗ ਜਾਂਦਾ ਹੈ। ਕੋਈ ਇੰਨੀ ਤੀਬਰਤਾ ਨਾਲ ਜਪਦਾ ਹੈ, ਜਿਵੇਂ ਜਿਵੇਂ ਜਪਦਾ ਹੈ ਤਿਵੇਂ ਤਿਵੇਂ ਤ੍ਰਿਪਤੀ ਹੁੰਦੀ ਸੰਸਾਰ ਦੇ ਪਦਾਰਥਾਂ ਵੱਲੋਂ, ਤੇ ਨਾਮ ਦੀ ਹੋਰ ਭੁੱਖ ਵੱਧਦੀ ਜਾਂਦੀ ਹੈ, ਹੋਰ ਭੁੱਖ ਵੱਧਦੀ ਜਾਂਦੀ ਹੈ। ਉਹ ਫਿਰ ਕਿੱਥੇ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਕੀਤੀ ਹੁੰਦੀ ਹੈ, ਕਿੱਥੇ 25-25 ਕਰਕੇ ਵੀ ਉਹਨਾਂ ਦਾ ਦਿਲ ਕਰਦਾ ਹੋਰ ਕਰੀਏ। ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਦੇ ਜੀਵਨ ਇਤਿਹਾਸ ਵਿੱਚ ਹੈ ਕਿ ਆਪ ਜੀ 101 ਜਪਜੀ ਸਾਹਿਬ ਦਾ ਪਾਠ ਕਰਦੇ ਸੀਗੇ, ਤੇ ਫਿਰ 5 ਗ੍ਰੰਥੀ ਦਾ ਨਿਤਨੇਮ ਕਰਦੇ ਸੀ। 10 ਗ੍ਰੰਥੀ ਉਹਨਾਂ ਦੇ ਕਮਰ ਕੱਸੇ ਦੇ ਗੁਟਕੇ ਸਾਹਿਬ ਨੇ। ਤੇ ਫਿਰ ਵੇਖੋ, ਇਹ ਆਪਾਂ ਤਾਂ ਨਿਤਨੇਮ ਕਰਕੇ ਕਹਿੰਦੇ ਆ ਕਿ ਮੁੱਕ ਗਿਆ ਕੰਮ, ਉਹ ਭੁੱਖ ਨਹੀਂ ਲੱਗੀ ਸਾਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ ਨਾ, ਵੇਖ ਲਓ ਕਬੀਰ ਜੀ ਨੇ ਕਿਹਾ, ਕਹਿੰਦੇ ਨੇ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਉਹ ਜਿਹੜਾ ਧਾਗਾ ਹੁੰਦਾ ਨਾ, ਉਹ ਸੂਈ ਵਿੱਚ ਪਾਉਣਾ ਹੁੰਦਾ, ਇਕਾਗਰਤਾ ਨਾਲ ਪਾਈਦਾ ਹੈ। ਤੇ ਜਦੋਂ ਉਹਦੇ ਵੱਲ ਧਿਆਨ ਜਾਂਦਾ, ਕਹਿੰਦੇ ਨੇ ਮੈਨੂੰ ਧਾਗਾ ਪਾਉਣ ਲੱਗਿਆ ਹੀ, ਜਾਂ ਉਹ ਮੂੰਹ ਨਾਲ ਵੀ ਕਈ ਵਾਰੀ ਖਿੱਚਦੇ ਆ ਨਾ ਧਾਗਾ, ਜੇ ਨਾ ਸੂਈ ਦੇ ਵਿੱਚ ਪਵੇ ਤੇ ਮੂੰਹ ਨਾਲ ਵੀ ਖਿੱਚਦੇ ਆ। ਤੇ ਜ਼ਬਾਨ ਨਾਲ ਰਸਨਾ ਨਾਲ ਕਬੀਰ ਸਾਹਿਬ ਜੀ ਜਾਪ ਕਰਦੇ ਆ, ਆਪਣੀ ਪ੍ਰੀਤ ਦੱਸੀ ਹੈ। ਕਹਿੰਦੇ ਨੇ ਇਹ ਮੇਰੀ ਇੰਨੀ ਪ੍ਰੀਤ ਵੈ ਕਿ ਮੈਂ ਧਾਗਾ ਵੀ ਪਾਉਣ ਨੂੰ ਮੇਰਾ ਦਿਲ ਨਹੀਂ ਕਰਦਾ ਹੈ, ਵੀ ਜਦੋਂ ਤੱਕ ਮੈਂ ਧਾਗਾ ਪਾਉਣਾ ਮੈਨੂੰ ਉਧਰੋਂ ਰਸਨਾ ਤੋਂ ਤਬ ਲਗ ਬਿਸਰੈ ਰਾਮ ਸਨੇਹੀ, ਮੈਨੂੰ ਉਹ ਸਨੇਹੀ ਜਿਹੜਾ ਪ੍ਰੇਮੀ ਪਰਮੇਸ਼ਰ ਹੈ, ਪਿਆਰ ਦਾ ਸੋਮਾ, ਉਹ ਵਿਸਰਦਾ, ਉਹ ਭੁੱਲਦਾ ਹੈ। ਵੇਖ ਲਓ ਏਡੀ ਤੀਬਰ ਇੱਛਾ ਹੈ। ਤੇ ਜਿਹਨੂੰ ਭੁੱਖ ਨਹੀਂ ਲੱਗੀ ਉਹਨੂੰ ਚੇਤੇ ਨਹੀਂ ਆਉਂਦਾ ਹੈ ਨਾ ਮਹਾਰਾਜ ਜੀ ਦਾ ਨਾਮ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸਿੱਧੋ ਰਾਜੇ ਰਾਜ ਕਰ ਕਰਕੇ ਤ੍ਰਿਪਤ ਨਹੀਂ ਹੁੰਦੇ, ਉਹਨਾਂ ਦੀ ਇੱਛਾ ਬਣੀ ਰਹਿੰਦੀ ਹੈ ਕਿ ਰਾਜ ਹੋਰ ਕਰੀਏ। ਜਦੋਂ ਬ੍ਰਹਮ ਗਿਆਨ ਰੂਪੀ ਰਾਜ ਪ੍ਰਾਪਤ ਹੋ ਜਾਂਦਾ ਨਾ, ਤੇ ਬ੍ਰਹਮ ਗਿਆਨੀ ਨੂੰ ਹੋਰ ਅੱਗੇ ਤੋਂ ਅੱਗੇ ਤੀਬਰ ਇੱਛਾ ਬਣੀ ਰਹਿੰਦੀ ਹੈ ਕਿ ਮੈਂ ਆਪਣੇ ਸਿਮਰਨ ਨੂੰ ਹੋਰ ਵਧਾਵਾਂ। ਜਿਵੇਂ ਰਾਜੇ ਵਧਾਉਂਦੇ ਆ ਨਾ, ਕਿ ਸਾਡਾ ਰਾਜ ਹੋਰ ਵੱਧ ਜਾਵੇ ਤੇ ਇਹ ਸਦਾ ਕਾਇਮ ਰਹੇ। ਉਹ ਵੀ ਆਪਦੇ ਬ੍ਰਹਮ ਗਿਆਨ 'ਚ ਸਦਾ ਹੀ ਅਸਥਿਤ ਰਹਿੰਦੇ ਹੈ, ਤੇ ਆਪਦੇ ਸਿਮਰਨ ਕਮਾਈ ਨੂੰ ਹੋਰ ਤੋਂ ਹੋਰ ਅੱਗੇ ਵਧਾਈ ਜਾਂਦੇ ਆ। ਇੰਨਾ ਹੀ ਵਧਾ ਲੈਂਦੇ ਆ, ਫਿਰ ਅਠੋ ਕੁਟ ਸਮਾਧੀ 'ਚ ਹੀ ਲੱਗੇ ਰਹਿੰਦੇ ਆ। ਇੱਕ ਰਸ ਸਮਾਧੀ ਜੁੜ ਜਾਂਦੀ ਹੈ, ਫਿਰ ਉਸ ਧਿਆਨ ਨੂੰ ਉਹ ਖੇਡਣਾ ਨਹੀਂ ਚਾਹੁੰਦੇ। ਜਿਵੇਂ 10ਵੇਂ ਪਾਤਸ਼ਾਹ ਜੀ ਮਹਾਰਾਜ ਆਪ ਦੀ ਕਲਮ ਨਾਲ ਹਜੂਰ ਨੇ ਲਿਖਿਆ ਹੈ ਕਿ ਜਿਸ ਵਕਤ ਸਾਡੇ ਮਾਤਾ ਪਿਤਾ ਜੀ ਨੇ ਵਾਹਿਗੁਰੂ ਦੀ ਆਰਾਧਨਾ ਕੀਤੀ, ਤੇ ਫਿਰ ਵਾਹਿਗੁਰੂ ਜੀ ਪ੍ਰਸੰਨ ਹੋ ਗਏ। ਤਾਤ ਮਾਤ ਮੁਰ ਅਲਖ ਆਰਾਧਾ, ਬਹੁਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਜਦੋਂ ਪੂਜਨੀਕ ਅਕਾਲ ਪੁਰਖ ਵਾਹਿਗੁਰੂ ਜੀ ਖੁਸ਼ ਹੋ ਗਏ, ਤੇ ਫਿਰ ਸਾਡੇ ਪਿਤਾ ਜੀ ਨੇ ਵਰ ਮੰਗਿਆ ਕਿ ਮਹਾਰਾਜ ਆਪ ਤੁਸੀਂ ਸਾਡੇ ਘਰ ਦੇ ਵਿੱਚ ਅਵਤਾਰ ਲਵੋ। ਕਹਿੰਦੇ ਜਦੋਂ ਸਾਡੇ ਪਿਤਾ ਜੀ ਨੇ ਇਹ ਵਰ ਮੰਗਿਆ, ਤੇ ਉਦੋਂ ਫਿਰ ਮਹਾਰਾਜ ਕਹਿੰਦੇ ਭਾਈ ਤਪ ਸਾਧਤ ਹਰ ਮੋਹੇ ਬੁਲਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ। ਮਹਾਰਾਜ ਕਹਿੰਦੇ ਤਪੱਸਿਆ ਸਾਧਦਿਆਂ ਸਾਨੂੰ ਵਾਹਿਗੁਰੂ ਨੇ ਬੁਲਾ ਲਿਆ। ਤੇ ਸਤਿਗੁਰੂ ਗਰੀਬ ਨਿਵਾਜ ਨੇ ਆਪਣੀ ਉਹ ਇੱਛਾ ਦੱਸੀ ਆ ਉੱਥੇ, ਕਿ ਸਾਡੀ ਇੱਛਾ ਕੀ ਸੀ। ਜਦੋਂ ਮਹਾਰਾਜ ਮਾਤ ਲੋਕ ਤੇ ਆਏ ਆ, ਮਹਾਰਾਜ ਕਹਿੰਦੇ ਚਿਤ ਨਾ ਭਇਓ ਹਮਰੋ ਆਵਨ ਕੈ। ਸਾਡਾ ਚਿਤ ਨਹੀਂ ਸੀ ਕਰਦਾ ਇੱਥੇ ਆਉਣ ਨੂੰ। ਮਹਾਰਾਜ ਕਿਉਂ ਨਹੀਂ ਸੀ ਕਰਦਾ? ਮਹਾਰਾਜ ਕਹਿੰਦੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪ੍ਰਭੂ ਦੇ ਚਰਨਾਂ ਵਿੱਚ ਸੁਰਤ ਚੁਭੀ ਪਈ ਸੀ, ਭਾਵ ਇੱਕ ਮਿਕ ਹੋਏ ਪਏ ਸੀ। ਇਹ ਮਹਾਰਾਜ ਨੇ ਕਿਹਾ ਹੀ ਹੈ ਨਾ, ਦਵੈ ਤੇ ਏਕ ਰੂਪ ਹਵਾ ਗਇਓ। ਦੋਹਾਂ ਰੂਪਾਂ ਤੋਂ ਅਸੀਂ ਇੱਕ ਰੂਪ ਹੋ ਗਏ ਸੀ। ਸਾਡਾ ਚਿੱਤ ਹੀ ਨਹੀਂ ਸੀ ਕਰਦਾ ਉਸ ਆਨੰਦ ਨੂੰ ਛੱਡਣ ਲਈ, ਉਸ ਰਸ ਨੂੰ ਛੱਡਣ ਲਈ। ਪਰ ਸਾਡੇ ਗਰੀਬਾਂ ਦਾ ਕਿਨ ਭਲਾ ਕਰਨਾ ਸੀ ਜੇ 10ਵੇਂ ਪਾਤਸ਼ਾਹ ਜੀ ਅਵਤਾਰ ਨਾ ਧਾਰਦੇ ਤਾਂ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਿਹਾ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਲਿਓ ਹੈ ਮਜਾਸੇ ਗਰੀਬ ਨਿਵਾਜਨ ਕੋ। ਮਹਾਰਾਜ ਸਾਡੇ ਵਰਗੇ ਗਰੀਬਾਂ ਨੂੰ ਨਿਵਾਜਣ ਲਈ ਆਪ ਜੀ ਨੇ 10ਵੇਂ ਜਾਮੇ 'ਚ ਗੁਰੂ ਗੋਬਿੰਦ ਸਿੰਘ ਰੂਪ ਹੋ ਕਰਕੇ ਅਵਤਾਰ ਧਾਰਨਾ ਕੀਤਾ ਹੈ। ਫਿਰ ਸਤਿਗੁਰਾਂ ਜੀ ਨੇ ਆਪਣੀ ਕਲਮ ਨਾਲ ਇਹ ਵੀ ਲਿਖਿਆ ਹੈ ਕਿ ਸਾਡਾ ਚਿੱਤ ਨਹੀਂ ਸੀ ਕਰਦਾ ਉਸ ਆਨੰਦ ਨੂੰ ਛੱਡਣ ਨੂੰ, ਕਿਉਂਕਿ ਹੋਰ ਤੋਂ ਹੋਰ ਤੀਬਰ ਇੱਛਾ
ਕਿੰਨੀ ਕੁ ਤੀਬਰ ਇੱਛਾ ਹੈ ਸਾਧ ਸੰਗਤ ਜੀ। ਵੇਖ ਲਓ ਸਤਿਗੁਰਾਂ ਜੀ ਨੇ ਜਿਹੜਾ ਹੈ, ਇਹ ਸਤਿਗੁਰਾਂ ਜੀ ਦਾ ਸਤਜੁਗੀ ਤਪ ਅਸਥਾਨ ਹੈ, ਤੇ ਹੇਮਕੁੰਟ ਸਾਹਿਬ ਸਤਿਗੁਰਾਂ ਜੀ ਦਾ ਉਹ ਵੀ ਤਪ ਅਸਥਾਨ ਹੈ। ਕਿੰਨਾ ਕੁ ਸਤਿਗੁਰੂ ਜੀ ਚੌਂਕੜਾ ਲਾ ਕਰਕੇ ਉਸ ਜਿਹੜਾ ਸਰੋਵਰ ਹੈ ਉਹਦੇ ਚਾਰ ਚੁਫੇਰੇ ਬਰਫ ਹੀ ਬਰਫ ਹੁੰਦੀ ਹੈ, ਤੇ ਸਤਿਗੁਰੂ ਜੀ ਨਿਰੰਕਾਰ ਦੇ ਵਿੱਚ ਸੁਰਤ ਜੋੜ ਕਰਕੇ ਯੁੱਗਾਂ ਦੇ ਯੁੱਗ ਬੀਤ ਗਏ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਜੇ ਵੀ ਕਹਿੰਦੇ ਨੇ ਸਾਡਾ ਦਿਲ ਨਹੀਂ ਕਰਦਾ ਸੀ ਮਾਤ ਲੋਕ ਤੇ ਆਉਣ ਨੂੰ, ਪਰ ਵਾਹਿਗੁਰੂ ਨੇ ਮਹਾਰਾਜ ਕਹਿੰਦੇ ਜੋ ਸਾਨੂੰ ਹੁਕਮ ਕੀਤਾ ਨਾ, ਤਿੰਨ ਪ੍ਰਭ ਜਬ ਆਇਸ ਮੋਹਿ ਦੀਆ। ਆਇਸ ਹੁੰਦੀ ਆਗਿਆ, ਤੇ ਜਦੋਂ ਮਹਾਰਾਜ ਕਹਿੰਦੇ ਸਾਨੂੰ ਵਾਹਿਗੁਰੂ ਨੇ ਆਗਿਆ ਦਿੱਤੀ, ਤੇ ਉਹ ਆਗਿਆ ਨੂੰ ਮੰਨਣਾ ਭਲਾ ਹੁੰਦਾ ਹੈ, ਹੁਕਮ ਮੰਨਣਾ ਭਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਨੇ ਸਾਨੂੰ ਆਗਿਆ ਦਿੱਤੀ, ਹੁਕਮ ਦਿੱਤਾ, ਤਬ ਹਮ ਜਨਮ ਕਲਹੂ ਮੈਂ ਲਿਆ। ਤਦੋਂ ਅਸੀਂ ਫਿਰ ਕਲਯੁਗ ਦੇ ਅੰਦਰ ਮਹਾਰਾਜ ਕਹਿੰਦੇ ਅਵਤਾਰ ਧਾਰਿਆ। ਇਹ ਪ੍ਰੀਤ ਦਿਖਾਈ ਹੈ, ਸਤਿਗੁਰਾਂ ਜੀ ਨੇ ਵੀ ਆਪ ਦੀ ਪ੍ਰੀਤ ਦੱਸੀ ਹੈ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿ ਸਾਡਾ ਉਸ ਆਨੰਦ ਨੂੰ ਛੱਡਣ ਨੂੰ ਦਿਲ ਨਹੀਂ ਸੀ ਕਰਦਾ। ਹੋਰ ਤੋਂ ਹੋਰ ਅੱਗੇ ਇਹ ਬ੍ਰਹਮ ਗਿਆਨੀ ਦੇ ਪ੍ਰੀਤ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਧੋ ਕਿੰਨੀ ਕੁ ਤੁਹਾਨੂੰ ਦੱਸ ਦਈਏ। ਇਵੇਂ ਮਹਾਰਾਜ ਕਹਿੰਦੇ ਹੋਰ ਤੋਂ ਹੋਰ ਨਾਮ ਦੇ ਜਪਣ ਦੀ ਇੱਛਾ ਜਿਹੜੀ ਹੈ ਨਾ, ਉਹਨਾਂ ਨੂੰ ਸਿਮਰਨ ਦੀ ਕਮਾਈ ਦੇ ਵਧਾਉਣ ਦੀ ਹੀ ਇੱਛਾ ਲੱਗੀ ਰਹਿੰਦੀ ਹੈ, ਭਾਵੇਂ ਬ੍ਰਹਮ ਗਿਆਨ ਰੂਪੀ ਰਾਜ ਦੇ ਮਾਲਕ ਹੁੰਦੇ ਆ। ਰਾਜਾ ਰਾਜ ਨਾ ਤ੍ਰਿਪਤਿਆ। ਜਿਵੇਂ ਰਾਜਾ ਰਾਜ ਕਰਕੇ ਨਹੀਂ ਤ੍ਰਿਪਤਾ, ਇਵੇਂ ਬ੍ਰਹਮ ਗਿਆਨੀ ਆਪਦੇ ਸਰੂਪ ਰੂਪੀ ਤਖਤ ਨੂੰ ਪਾ ਕੇ ਵੀ ਭਜਨ ਵੱਲੋਂ ਤ੍ਰਿਪਤ ਨਹੀਂ ਹੁੰਦੇ। ਸਾਇਰ ਭਰੇ ਕਿ ਸੁਖ। ਜਿਹੜੇ ਸਾਇਰ ਹਨ ਸਮੁੰਦਰ, ਇਹ ਦ੍ਰਿਸ਼ਟਾਂਤ ਸਮਝਿਆ ਸੀ। ਹੁਣ ਦਾ ਦ੍ਰਿਸ਼ਟਾਂਤ ਇਹ ਹੈ ਕਿ ਸਮੁੰਦਰ ਕੀ ਹੈ, ਉਹਨਾਂ ਦਾ ਅੰਤਸ਼ਕਰਨ ਸਮੁੰਦਰ ਦੀ ਨਿਆਈ ਹੈ। ਬਾਹਰਲਾ ਸਮੁੰਦਰ ਤਾਂ ਜਲ ਨਾਲ ਭਰਿਆ ਹੋਇਆ ਹੈ, ਉਹਨਾਂ ਦਾ ਅੰਤਸ਼ਕਰਨ ਰੂਪੀ ਸਮੁੰਦਰ ਪ੍ਰੇਮ ਜਲ ਨਾਲ ਭਰਿਆ ਹੋਇਆ ਹੈ, ਜਿਹਦੇ ਅੰਦਰ ਸਾਧ ਸੰਗਤ ਜੀ ਪ੍ਰੀਤ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਨੇ। ਤੇ ਇੰਨੇ ਸਾਧ ਸੰਗਤ ਜੀ ਜਿਹੜੇ ਸਮੁੰਦਰ ਵਿੱਚ ਨਦੀਆਂ ਦਰਿਆ ਆ ਕੇ ਪੈਂਦੇ ਐ। ਕਦੇ ਸਮੁੰਦਰ ਨੇ ਕਿਹਾ ਕਿ ਭਈ ਹੁਣ ਬਸ ਹੋਰ ਨਹੀਂ, ਮੈਂ ਰੱਜ ਗਿਆ ਹਾਂ। ਉਹਨਾਂ ਦੇ ਅੰਦਰ ਸਾਧ ਸੰਗਤ ਜੀ ਇਉਂ ਬਾਣੀ ਦੇ ਪ੍ਰਵਾਹ ਰੂਪੀ ਨਦੀਆਂ ਆ ਕੇ ਜਦੋਂ ਡਿੱਗਦੀਆਂ ਨਾ, ਅੰਤਸ਼ਕਰਨ ਰੂਪੀ ਸਮੁੰਦਰ ਦੇ ਅੰਦਰ ਸਮਾਈ ਜਾਂਦਾ, ਸਭ ਕੁਝ ਸਮਾਈ ਜਾਂਦਾ ਹੈ। ਉਹਨਾਂ ਦਾ ਹਿਰਦਾ, ਉਹਨਾਂ ਦਾ ਅੰਤਸ਼ਕਰਨ ਕਦੇ ਨਾਮ ਦੇ ਪ੍ਰਵਾਹ ਵੱਲੋਂ ਰੱਜਦਾ ਨਹੀਂ। ਜੇ ਉਹ ਇਹੋ ਜਿਹੇ ਪਿਆਰ ਵਾਲੇ ਗੁਰਸਿੱਖ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਤੇ ਕਿਰਪਾ ਕਰਦੇ ਹੈ, ਉਹ ਵੱਡੇ ਅੰਮ੍ਰਿਤ ਵੇਲੇ ਤੋਂ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਜਦੋਂ ਕੀਰਤਨ ਦੀ ਸਮਾਪਤੀ ਹੋ ਗਈ, ਕਥਾ ਦੀ ਸਮਾਪਤੀ ਹੋ ਗਈ, ਫਿਰ ਵੇਖਦੇ ਕਿਤੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ, ਉੱਥੇ ਜਾ ਕੇ ਬੈਠ ਜਾਂਦੇ ਆ। ਤੇ ਉਹ ਪਾਠੀ ਸਿੰਘ ਉੱਚੀ ਪਾਠ ਕਰਦੇ ਆ, ਭਾਵੇਂ ਸਾਰਾ ਦਿਨ ਉਹ ਬੈਠੇ ਪਾਠ ਸੁਣੀ ਜਾਂਦੇ। ਇਹ ਉਹਨਾਂ ਦਾ ਹਿਰਦਾ ਜਿਹੜਾ ਨਾ, ਉਹ ਸਾਧ ਸੰਗਤ ਜੀ ਕਦੇ ਵੀ ਬਾਣੀ ਦੇ ਪ੍ਰਵਾਹ ਨਾਲ ਜਿਹੜਾ ਉਹ ਭਰਦਾ ਨਹੀਂ, ਜਿਵੇਂ ਸਮੁੰਦਰ ਨਹੀਂ ਨਦੀਆਂ ਨਾਲਿਆਂ ਨਾਲ ਭਰਦਾ। ਉਹਨਾਂ ਦੇ ਅੰਦਰ ਲਹਿਰਾਂ ਪ੍ਰੀਤ ਦੀਆਂ ਉੱਠਦੀਆਂ ਹੀ ਰਹਿੰਦੀਆਂ ਹਨ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਸਾਧ ਸੰਗਤ ਜੀ ਨਾਮ ਨਾਲ ਐਡਾ ਰੰਗਰੇਜ਼ ਸੀਗਾ। ਆਪ ਜੀ ਵੱਡੇ ਅੰਮ੍ਰਿਤ ਵੇਲੇ ਤੋਂ ਬਾਣੀ ਦਾ ਪਾਠ ਸੁਣਨ ਲੱਗ ਜਾਂਦੇ, 5 ਗ੍ਰੰਥੀ ਦਾ ਨਿਤਨੇਮ ਸੁਣਨਾ। ਫਿਰ ਜਦੋਂ ਕਥਾ ਦਾ ਵਕਤ ਹੋਣਾ, ਪਹਿਲਾਂ ਜਾ ਕਰਕੇ ਆਸਾ ਦੀ ਵਾਰ ਦਾ ਕੀਰਤਨ ਸੁਣਨਾ। ਫਿਰ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਦਿਆਰਥੀ ਪੜ੍ਹਦੇ ਹੀ, ਉਹਨਾਂ ਨੇ ਪੋਥੀਆਂ ਪ੍ਰਕਾਸ਼ ਕਰਕੇ ਕਥਾ ਸੁਣਨੀ। ਇੱਕ ਇੱਕ ਸ਼ਬਦ ਦਾ ਅਰਥ ਉਹਦੇ ਸਾਧ ਸੰਗਤ ਜੀ ਫਿਰ ਉਚਾਰਨ, ਇਉਂ ਵਿਦਿਆਰਥੀਆਂ ਦੇ ਪੜ੍ਹਦਿਆਂ ਕਰਕੇ ਮਹਾਂਪੁਰਖਾਂ ਨੇ ਸਾਰੇ ਭੇਦ ਦੱਸਣੇ। ਫਿਰ ਬਹੁਤ ਸਾਰੇ ਗ੍ਰੰਥਾਂ ਦਾ ਜਿਹੜਾ ਸੀ ਉਹਨਾਂ ਨੇ ਆਪ ਦੇ ਕਥਾ ਵਿੱਚ ਜ਼ਿਕਰ ਕੀਤਾ ਕਿ ਫਲਾਣੇ ਗ੍ਰੰਥ ਵਿੱਚ ਆਹ ਭੇਦ ਹੈ, ਵਿਦਵਤਾ ਵੀ ਏਡੀ ਜ਼ਿਆਦਾ। ਤੇ ਫਿਰ ਜਦੋਂ ਕਥਾ ਦਾ ਭੋਗ ਪਾਉਣਾ, ਸਮਾਪਤੀ ਕਰਨੀ, ਆਪਣੇ ਆਸਣ ਤੇ ਆ ਕੇ ਉਸੇ ਵੇਲੇ ਸਵਾਇਆ ਕਿ ਜੋ ਜਲ ਪਾਣੀ ਜੇ ਛਕਣਾ ਤੇ ਛਕ ਕੇ ਸਿੰਘ ਉੱਚੀ ਥਾਂ ਤੇ ਬੈਠਾ ਉਹਨ ਬਾਣੀ ਪੜ੍ਹਨ ਲੱਗ ਜਾਣਾ। ਸਾਧ ਸੰਗਤ ਜੀ ਸਾਰਾ ਦਿਨ ਫਿਰ ਬਾਣੀ ਸੁਣੀ ਜਾਣੀ, ਕਿਸੇ ਵੀ ਪ੍ਰੇਮੀ ਨਾਲ ਕੋਈ ਗੱਲ ਨਹੀਂ ਕਰਦੇ। ਉਹਨਾਂ ਦੇ ਪ੍ਰਸਿੱਧ ਵਿਦਿਆਰਥੀਆਂ ਵਿੱਚੋਂ ਗਿਆਨੀ ਪ੍ਰੀਤਮ ਸਿੰਘ ਜੀ ਲਿਖਾਰੀ ਹੈ, ਜੋ ਇੰਗਲੈਂਡ ਦੇ ਵਾਸੀ ਹਨ। ਬਹੁਤ ਉਹਨਾਂ ਦਾ ਸਰੀਰ ਹੁਣ ਬਿਰਧ ਹੋ ਗਿਆ,
ਉਹਨਾਂ ਨੇ ਆਪਦੇ ਜੀਵਨ ਦੀ ਘਟਨਾ ਦੱਸੀ ਸੀ। ਕਹਿੰਦੇ ਕਿ ਕੁਝ ਪ੍ਰੇਮੀ ਸੀ ਨਾਲ ਤੇ ਜ਼ਰੂਰੀ ਗੱਲ ਕਰਨੀ ਸੀ ਤੇ ਮਹਾਂਪੁਰਖਾਂ ਦੇ ਨਾਲ ਕੇਵਲ ਅੱਧਾ ਕੁ ਮਿੰਟ ਮਸਾਂ ਗੱਲ ਕੀਤੀ ਹੋਣੀ ਹੈ ਤੇ ਕਹਿਣ ਲੱਗੇ, ਭਾਈ ਲਖਾਰੀਆ ਤੂੰ ਸਾਡਾ ਸਾਰਾ ਸਮਾਂ ਬਰਬਾਦ ਕਰ ਦਿੱਤਾ। ਅੱਧਾ ਮਿੰਟ ਵੀ ਨਹੀਂ ਗੱਲ ਕੀਤੀ ਹੋਣੀ ਤੇ ਆਪਣਾ ਅੱਧਾ ਮਿੰਟ ਵੀ ਉਹਨਾਂ ਜਾਣਿਆ ਕਿ ਬਰਬਾਦ ਹੋ ਗਿਆ, ਭਜਨ ਤੇ ਸਖਣਾ ਕਿਉਂ ਚਲੇ ਗਿਆ। ਇੰਨੀ ਉਹਨਾਂ ਨੂੰ ਤੀਬਰ ਇੱਛਾ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਜਿਹੜੇ ਉਹਨਾਂ ਦੇ ਅੰਤਸ਼ਕਰਨ ਰੂਪੀ ਸਾਇਰ ਸਮੁੰਦਰ ਹਨ ਉਹ ਕਿਸ ਨੇ ਭਰੇ ਆ, ਉਹ ਸੁਤੇ ਹੀ ਭਰੇ ਹੋਏ ਆ ਵਾਹਿਗੁਰੂ ਦੇ ਨਾਮ ਨਾਲ। ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਪ੍ਰੇਮ ਜਲ ਨਾਲ ਰਿਦਾ ਭਰਿਆ ਹੋਇਆ ਹੈ। ਹੋਰ ਜਿੰਨੇ ਕਥਾ ਕੀਰਤਨ ਰੂਪੀ ਨਦੀਆਂ ਦਰਿਆ ਆ ਕਰਕੇ ਪੈਂਦੇ ਆ ਉਹ ਵਿੱਚੇ ਹੀ ਸਮਾਈ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਉਹ ਸਮੁੰਦਰ ਕਿਸ ਭਰਨਾ ਸੀਗਾ, ਉਹ ਤਾਂ ਨਿਰੰਕਾਰ ਵੱਲੋਂ ਹੀ ਭਰਿਆ ਹੋਇਆ ਨਾ ਤੇ ਰੱਜਦਾ ਨਹੀਂ ਸਮੁੰਦਰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਨਾਮ ਵੱਲੋਂ ਨਹੀਂ ਰੱਜਦੇ, ਸਦਾ ਹੀ ਹੋਰ ਤੀਬਰ ਇੱਛਾ ਕਰਦੇ ਆ ਨਾਮ ਦੇ ਜਪਣ ਦੀ, ਕੀਰਤਨ ਦੇ, ਕਥਾ ਦੇ ਸੁਣਨ ਦੀ। ਨਾਨਕ ਸੱਚੇ ਨਾਮ ਕੇ ਸਤਿਗੁਰੂ ਜੀ ਫਰਮਾਉਂਦੇ ਆ ਸਿੱਧੋ, ਜੋ ਸੱਚੇ ਨਾਮ ਦੀ ਤੁਸੀਂ ਮਹਿਮਾ ਪੁੱਛੀ ਹੈ ਸਾਨੂੰ, ਕੇਤੇ ਪੁੱਛਾਂ ਪੁੱਛ। ਤੁਸੀਂ ਪੁੱਛਿਆ ਕਿੰਨੀ ਕੁ ਭੁੱਖ ਵੈ, ਜਿਹੜੀ ਤੁਸੀਂ ਪੁੱਛਣਾ ਪੁੱਛਦੇ ਹੋ ਕਿ ਕਿੰਨੀ ਕੁ ਭੁੱਖ ਹੈ। ਮਹਾਰਾਜ ਕਹਿੰਦੇ ਕਿੰਨੀ ਕੁ ਦੱਸ ਦਈਏ ਤੁਹਾਨੂੰ ਭਾਈ। ਸਮੁੰਦਰ ਦੱਸ ਸਕਦਾ ਕਿ ਮੈਨੂੰ ਇੰਨੇ ਕੁ ਦਰਿਆ ਹੋਰ ਪਾ ਦਿਓ ਫਿਰ ਮੈਂ ਰੱਜ ਜਾਵਾਂਗਾ? ਨਹੀਂ ਦੱਸ ਸਕਦਾ ਨਾ ਸਮੁੰਦਰ। ਤਪਾਈ ਜਾਓ ਜਿੰਨੇ ਮਰਜ਼ੀ ਪਈ ਜਾਣ। ਇਸੇ ਤਰ੍ਹਾਂ ਮਾਰੂਥਲ ਨਹੀਂ ਮਹਾਰਾਜ ਕਹਿੰਦੇ ਦੱਸ ਸਕਦਾ ਨਾ ਕਿ ਮੈਂ ਇੰਨੇ ਕੁ ਮੀਂਹ ਨਾਲ ਰੱਜ ਜਾਵਾਂਗਾ। ਇਉਂ ਸਤਿਗੁਰੂ ਜੀ ਕਹਿੰਦੇ ਕਿੰਨੀ ਕੁ ਭੁੱਖ ਦੱਸ ਦਈਏ ਤੁਹਾਨੂੰ ਸਿੱਧੋ, ਸਾਨੂੰ ਤਾਂ ਨਾਮ ਦੀ ਮਹਾਰਾਜ ਕਹਿੰਦੇ ਬਾਹਲੀ ਭੁੱਖ ਵੈ, ਡਾਢੀ ਭੁੱਖ ਵੈ, ਇਹ ਦੱਸੀ ਨਹੀਂ ਜਾ ਸਕਦੀ ਕਿ ਕਿੰਨੀ ਕੁ ਭੁੱਖ ਵੈ। ਸਿੱਧਾ ਨੇ ਪੁੱਛਿਆ ਕਿੰਨੀ ਕੁ ਇੱਛਾ ਹੈ ਨਾਮ ਦੇ ਜਪਣ ਦੀ। ਸਤਿਪੁਰਸ਼ਾਂ ਨੂੰ ਵੀ ਕਈ ਪ੍ਰੇਮੀ ਪੁੱਛਦੇ ਨਾਮ ਦਾ ਪ੍ਰਤਾਪ ਵੇਖ ਕੇ ਕਿ ਮਹਾਰਾਜ ਕਿੰਨਾ ਕੁ ਨਿਤਨੇਮ ਕਰਦੇ ਹੋ, ਤੇ ਉਹ ਫਿਰ ਅੱਗੋਂ ਮੁਸਕਰਾ ਕੇ ਕਹਿੰਦੇ ਜਿੰਨਾ ਸਤਿਗੁਰੂ ਜੀ ਕਰਾ ਲੈਂਦੇ ਆ। ਆਪਦਾ ਨਿਤਨੇਮ ਨਹੀਂ ਦੱਸਦੇ, ਭੇਦ ਨਹੀਂ ਦਿੰਦੇ। ਹਾਂ ਜੇ ਕਿਸੇ ਤੇ ਉੱਤੇ ਕੋਈ ਸਾਧ ਸੰਗਤ ਜੀ ਉਹਨੂੰ ਪਰਮਾਰਥ ਦੇ ਭਲੇ ਲਈ, ਉਹਦੀ ਤਰੱਕੀ ਲਈ ਉਹ ਜ਼ਰੂਰ ਇੰਨਾ ਕੁ ਦੱਸ ਦਿੰਦੇ ਆ ਕਿ ਫਿਰ ਤੀਬਰਤਾ ਨਾਲ ਜਪ। ਹਾਂ ਇਹ ਜ਼ਰੂਰ ਹੈ ਕਿ ਵਕਤ ਥੋੜਾ ਜਿਹਾ ਭਾਵੇਂ ਜ਼ਿਆਦਾ ਲੱਗ ਜੇ, ਜਦੋਂ ਤੂੰ ਮੂੰਹ ਤੋਂ ਬੋਲੇਗਾ ਨਾ ਪਰਮੇਸ਼ਰ ਬੋਲਾ ਨਹੀਂ ਹੈ, ਉਹਨੂੰ ਆਵਾਜ਼ ਸੁਣਦੀ ਹੈ, ਉਹਦੀਆਂ ਅੱਖਾਂ ਵੀ ਹਨ, ਉਹ ਵੇਖਦਾ ਵੀ ਹੈ। ਇਸ ਕਰਕੇ ਮਹਾਰਾਜ ਨੇ ਇਹ ਕਿਹਾ ਕਿ ਭਾਈ ਨਿਸ਼ਚੇ ਨਾਲ ਜਪੋ। ਸਤਿਪੁਰਸ਼ ਵੀ ਇਉਂ ਫਿਰ ਆਪਣਾ ਭੇਦ ਨਹੀਂ ਦੱਸਦੇ ਕਮਾਈ ਦਾ। ਜੇ ਕੋਈ ਪੁੱਛੇ ਤੇ ਇਉਂ ਹੀ ਕਹਿੰਦੇ ਆ ਭਾਈ ਜਿੰਨਾ ਮਹਾਰਾਜ ਕਰਾ ਲੈਂਦੇ ਆ, ਸਾਡੇ ਆਪ ਦੇ ਕੀ ਵੱਸ ਹੈ। ਹੋਰ ਤੋਂ ਹੋਰ ਇੱਛਾ ਜਿਹੜੀ ਹੈ ਭੁੱਖ ਉਹਨਾਂ ਨੂੰ ਹੁੰਦੀ ਹੈ। ਇਹ ਭੁੱਖ ਜਿਹੜੀ ਹੈ ਮਹਾਰਾਜ ਕਹਿੰਦੇ ਤਤ ਬੇਤੇ ਜਿਹੜੇ ਆ ਉਹ ਦੱਸ ਨਹੀਂ ਸਕਦੇ। ਨਾਮ ਨਾਲ ਰੰਗਰੇਜ ਰੂਹਾਂ ਜਿਹੜੀਆਂ ਉਹ ਕੀ ਦੱਸ ਦੇਣ ਕਿ ਕਿੰਨੀ ਕੁ ਭੁੱਖ ਲੱਗੀ ਹੈ। ਇਉਂ ਸਤਿਗੁਰੂ ਜੀ ਨੇ ਕਿਹਾ ਕਿ ਕੇਤੀ ਪੁੱਛਾ ਪੁੱਛ, ਜਿਹੜੀ ਤੁਸੀਂ ਇਹ ਪੁੱਛਣਾ ਪੁੱਛਦੇ ਹੋ ਕਿ ਨਾਮ ਦੀ ਕੇਤੀ ਕਿੰਨੀ ਕੁ ਭੁੱਖ ਹੈ, ਸਿੱਧੋ ਕਿੰਨੀ ਕੁ ਤੁਹਾਨੂੰ ਦੱਸਦੀ ਹੈ, ਬੇਨਤੀ ਹੈ, ਦੱਸੀ ਨਹੀਂ ਜਾ ਸਕਦੀ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਨਿਹਫਲੰ ਤਸ ਜਨਮਸ। ਖਡੂਰ ਸਾਹਿਬ ਦੇ ਵਿੱਚ ਸਿੱਖਾਂ ਨੇ ਮਹਾਰਾਜ ਦੇ ਕੋਲ, ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਬੇਨਤੀ ਕੀਤੀ ਹੈ, ਪ੍ਰਸ਼ਨ ਕੀਤਾ, ਮਹਾਰਾਜ ਜਿਹੜਾ ਨਾਮ ਨਹੀਂ ਜਪਦਾ ਉਹਦੀ ਮਹਾਰਾਜ ਕੀ ਹਾਲਤ ਹੁੰਦੀ ਹੈ। ਤੋ ਸਤਿਗੁਰੂ ਜੀ ਸਿੱਖਾਂ ਦਾ ਇਹ ਪ੍ਰਸ਼ਨ ਸੁਣ ਕੇ ਹਜੂਰ ਫਰਮਾਉਂਦੇ ਹਨ, ਨਿਹਫਲੰ ਤਸ ਜਨਮਸ। ਮਹਾਰਾਜ ਕਹਿੰਦੇ ਤਸ ਤਿਸ ਦਾ ਜਿਹੜਾ ਜਨਮਸ ਜਨਮ ਹੈ ਨਾ, ਅਸ ਹੈ, ਉਹ ਮਹਾਰਾਜ ਕਹਿੰਦੇ ਨਿਸਫਲ ਚਲਿਆ ਜਾਂਦਾ ਹੈ। ਜੇ ਨਾਮ ਨਹੀਂ ਨਾ ਜਪਦਾ, ਭਜਨ ਨਹੀਂ ਕਰਦਾ, ਤੇ ਹਜੂਰ ਕਹਿੰਦੇ ਤਿਸ ਪੁਰਖ ਦਾ ਭਾਈ ਜਿਹੜਾ ਜਨਮ ਲਿਆ ਹੋਇਆ ਨਾ ਉਹ ਨਿਹਫਲ ਹੈ। ਬਿਨਾਂ ਹੀ ਮਹਾਰਾਜ ਕਹਿੰਦੇ ਕਿਸੇ ਲਾਭ ਤੋਂ ਭਾਈ ਸਾਰਾ ਹੀ ਨਿਸਫਲ ਚਲਿਆ ਜਾਂਦਾ ਏ। ਜਾਵਤ ਬ੍ਰਹਮ ਨਾ ਬਿੰਦਤੇ। ਮਹਾਰਾਜ ਕਦੋਂ ਤੱਕ, ਹਜੂਰ ਕਹਿੰਦੇ ਜਾਵਤ ਜਦੋਂ ਤੱਕ ਬ੍ਰਹਮ ਨਾ ਬਿੰਦਤੇ, ਬ੍ਰਹਮ ਨੂੰ ਨਹੀਂ ਜਾਣਦਾ ਹੈ, ਆਪਣੇ ਅਸਲ ਸਰੂਪ ਨੂੰ ਨਹੀਂ ਪਹਿਚਾਣਦਾ, ਜਿੰਨਾ ਚਿਰ ਆਪਣੇ ਆਪ ਨੂੰ ਦੇਹ ਸਮਝੀ ਜਾਂਦਾ,
ਆਪਣੇ ਆਪ ਨੂੰ ਕਾਰਜਾਂ ਦੇ ਕਰਨ ਵਾਲਾ ਸਮਝਦਾ ਹੈ, ਮਹਾਰਾਜ ਕਹਿੰਦੇ ਜਨਮ ਸਫਲ ਨਹੀਂ ਹੋਊਗਾ। ਜਨਮ ਸਫਲ ਉਦੋਂ ਹੁੰਦਾ ਹੈ ਜਦੋਂ ਬ੍ਰਹਮ ਨੂੰ ਜਾਣਨ ਲੱਗ ਜਾਂਦਾ ਹੈ ਕਿ ਸਾਰੇ ਕਾਰਜਾਂ ਨੂੰ ਕਰਨ ਵਾਲਾ ਵਾਹਿਗੁਰੂ ਹੈ। ਜਦੋਂ ਆਪਣੇ ਅਸਲ ਸਰੂਪ ਨੂੰ ਪਹਿਚਾਣਦਾ ਹੈ ਨਾ, ਉਦੋਂ ਮਹਾਰਾਜ ਨੇ ਕਿਹਾ ਕਿ ਇਹ ਜਿਹੜਾ ਜਨਮ ਲਿਆ ਹੋਇਆ ਜੀਵ ਦਾ ਫਿਰ ਸਫਲਾ ਹੋ ਜਾਂਦਾ ਹੈ। ਨਹੀਂ ਤੇ ਤਿਸ ਪੁਰਖ ਦਾ ਮਹਾਰਾਜ ਕਹਿੰਦੇ ਜਨਮ ਨਿਸਫਲ ਹੈ। ਜਾਵਤ ਬ੍ਰਹਮ ਨਾ ਬਿੰਦ ਤੇ ਤੱਤੇ ਨਾਲ ਹੀ ਹੈ ਨਾ। ਤੋ ਇਹ ਸਾਧ ਸੰਗਤ ਜੀ ਇੱਥੇ ਪਾਠ ਦਾ ਮਹਾਰਾਜ ਸਾਹਿਬ ਜੀ ਨੇ ਭੇਦ ਰੱਖਿਆ ਹੈ। ਸੰਸਕ੍ਰਿਤੀ ਵਿੱਚ ਜਿੱਥੇ ਸਤਿਗੁਰੂ ਉੱਥੇ ਜਾਵਦ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਨੇ ਕਿਹਾ ਕਿ ਜਦੋਂ ਤੱਕ ਭਾਈ ਬ੍ਰਹਮ ਨੂੰ ਨਹੀਂ ਬਿੰਦ ਤੇ ਜਾਣਦੇ ਨਹੀਂ, ਉਦੋਂ ਤੱਕ ਮਹਾਰਾਜ ਕਹਿੰਦੇ ਜਨਮ ਨਹੀਂ ਸਫਲਾ ਹੋ ਸਕਦਾ, ਨਿਸਫਲ ਚਲਿਆ ਜਾਂਦਾ ਹੈ ਤਿਸ ਦਾ ਜਨਮ। ਸਾਗਰੰ ਸੰਸਾਰਸ, ਇਹ ਜਿਹੜਾ ਸੰਸਾਰ ਅਸ ਹੈ ਮਹਾਰਾਜ ਕਹਿੰਦੇ ਇਹ ਸਾਗਰ ਵੈ, ਸਮੁੰਦਰ ਵੈ। ਜਿਵੇਂ ਸਮੁੰਦਰ ਦੇ ਅੰਦਰ ਜੀਵ ਡੁੱਬਦਾ ਤੇ ਕਿਵੇਂ ਆਸਰਾ ਭਾਲਦਾ ਹੈ, ਹਜੂਰ ਨੇ ਕਿਹਾ ਇਹ ਸਾਰਾ ਸਮੁੰਦਰ ਹੈ, ਸੰਸਾਰ ਜਿਹੜਾ ਹੈ। ਗੁਰ ਪ੍ਰਸਾਦੇ ਤਰਹਿ ਕੇ, ਕੋਈ ਮਹਾਰਾਜ ਨੇ ਕਿਹਾ ਗੁਰੂ ਜੀ ਦੀ ਪ੍ਰਸਾਦ ਕਿਰਪਾ ਲੈ ਕੇ ਸੰਸਾਰ ਸਮੁੰਦਰ ਤੋਂ ਗੁਰਸਿੱਖੋ ਤਰਦਾ ਹੈ। ਗੁਰੂ ਕਿਰਪਾ ਜਹਾਜ਼ ਹੈ, ਜਿਹੜਾ ਗੁਰੂ ਜੀ ਦੀ ਕਿਰਪਾ ਪ੍ਰਾਪਤ ਕਰ ਲੈਂਦਾ ਹੈ, ਮਨ ਉਹ ਜਹਾਜ਼ ਤੇ ਚੜ ਜਾਂਦਾ ਹੈ ਤੇ ਫਿਰ ਉਹ ਸੰਸਾਰ ਸਮੁੰਦਰ ਨੂੰ ਸਹਿਜੇ ਹੀ ਤਰ ਜਾਂਦਾ ਹੈ। ਕੋਈ ਵਿਰਲਾ ਮਹਾਰਾਜ ਨੇ ਕਿਹਾ ਕਿ ਪ੍ਰਾਪਤ ਕਰਦਾ। ਗੁਰੂ ਜੀ ਦੀ ਕਿਰਪਾ ਲੈਣੀ ਬੜੀ ਦੁਸਤਰ ਹੈ, ਬੜੀ ਕਠਨ ਹੈ। ਸਤਿਗੁਰੂ ਜੀ ਦੀ ਕਿਰਪਾ 'ਚ ਹੀ ਸਾਰੇ ਸੁੱਖ ਵਸਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਨਾ, ਫਿਰ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਆ ਜੀਵ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਲੈ ਕੇ। ਕਾਰਣ ਸਮਰੱਥ ਹੈ, ਸਾਰੇ ਹੀ ਕਾਰਜਾਂ ਨੂੰ ਕਰਨ ਦੇ ਅਤੇ ਕਰਾਉਣ ਦੇ ਮੇਰਾ ਵਾਹਿਗੁਰੂ ਸਮਰੱਥ ਹੈ। ਕਹੋ ਨਾਨਕ ਵਿਚਾਰ, ਹਜੂਰ ਕਹਿੰਦੇ ਇਹ ਵਿਚਾਰ ਕੇ ਤੁਹਾਡੇ ਤਾਈਂ ਦੱਸਿਆ ਸਿੱਖੋ, ਨਿਰਣਾ ਕਰਕੇ ਦੱਸਿਆ ਹੈ ਕਿ ਸਾਰੇ ਹੀ ਕਾਰਜਾਂ ਦੇ ਕਰਨ ਨੂੰ ਉਹ ਸਮਰੱਥ ਵੈ। ਇਹੋ ਜਿਹਾ ਕੋਈ ਕਾਰਜ ਨਹੀਂ ਜੋ ਵਾਹਿਗੁਰੂ ਨਾ ਕਰ ਸਕੇ। ਤੇ ਜਿਹੜਾ ਮਨ ਨਾ ਇਹ ਸਾਧ ਸੰਗਤ ਜੀ ਗਾਫਲ ਹੋਇਆ, ਭੁੱਲਿਆ ਹੋਇਆ, ਇਉਂ ਹੀ ਸੋਚਦਾ ਰਹਿੰਦਾ ਲੈ ਮੈਂ ਹੱਥਾਂ ਨਾਲ ਚੀਜ਼ ਫੜੀ ਹੈ ਤੇ ਤਾਂ ਹੀ ਫੜ ਲਈ ਹੈ, ਜੇ ਹੱਥ ਨਾ ਹੁੰਦੇ ਕਿਵੇਂ ਫੜ ਸਕਦੇ ਆ। ਪੈਰ ਸੀਗੇ ਤੇ ਮੈਂ ਚੱਲ ਕੇ ਆ ਗਿਆ, ਜੇ ਪੈਰ ਨਹੀਂ ਤੇ ਚੱਲ ਕੇ ਕਿਵੇਂ ਕੋਈ ਆ ਜਾਊਗਾ। ਪਰ ਵਾਹਿਗੁਰੂ ਜੀ ਨੂੰ ਬਿਨਾਂ ਹੀ ਗੋਲਕਾਂ ਤੋਂ ਸਾਧ ਸੰਗਤ ਜੀ ਇਹਨਾਂ ਅੰਗਾਂ ਪ੍ਰਤੰਗਾਂ ਦੀ ਲੋੜ ਨਹੀਂ, ਸਾਰੇ ਹੀ ਕਾਰਜ ਕਰ ਸਕਦੇ ਆ ਵਾਹਿਗੁਰੂ ਜੀ ਬਿਨਾਂ ਹੱਥਾਂ ਪੈਰਾਂ ਤੋਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੇ ਹੀ ਕਾਰਜਾਂ ਦੇ ਕਰਨ ਨੂੰ ਤੇ ਕਰਾਉਣ ਨੂੰ ਮੇਰਾ ਵਾਹਿਗੁਰੂ ਸਮਰੱਥ ਹੈ। ਇਹ ਨਿਰਣਾ ਕਰ ਲਓ ਮਹਾਰਾਜ ਕਹਿੰਦੇ ਭਾਵੇਂ ਗੁਰਸਿੱਖੋ। ਤੇ ਹਜੂਰ ਕਹਿੰਦੇ ਅਸੀਂ ਵੀ ਵਿਚਾਰ ਕੇ ਨਿਰਣਾ ਕਰਕੇ ਦੱਸਿਆ ਏ। ਕਾਰਣ ਕਰਤੇ ਵਸ ਹੈ, ਜਿਹੜਾ ਕਾਰਨ ਹੈ ਨਾ ਸੰਸਾਰ ਦਾ ਉਹ ਕੀ ਹੈ? ਮਾਇਆ ਦੇ 3 ਗੁਣ ਹੈ, ਰਜੋ ਗੁਣ, ਸਤੋ ਗੁਣ ਤੇ ਤਮੋ ਗੁਣ। ਮਹਾਰਾਜ ਨੇ ਕਿਹਾ ਸੂਖਸ਼ਮ ਤੇ ਸਥੂਲ ਤੱਤ ਜਿਹੜੇ ਕਾਰਨ ਹਨ ਸੰਸਾਰ ਦਾ, ਉਹ ਕਰਤੇ ਵਾਹਿਗੁਰੂ ਦੇ ਅਧੀਨ ਹਨ। ਜਿਨ ਕਲ ਰੱਖੇ ਤਾਰ, ਜਿਨ ਆਪਣੀ ਕਲ ਸ਼ਕਤੀ ਨਾਲ ਸਾਰੀ ਕਾਇਨਾਤ ਧਾਰਨ ਕਰਕੇ ਰੱਖੀ ਹੋਈ ਹੈ, ਟਿਕਾ ਕੇ ਰੱਖੀ ਹੋਈ ਹੈ। ਆਪਦੀ ਸੱਤਾ ਨਾਲ ਹੀ ਸਭ ਕੁਝ ਥੰਮਿਆ ਹੋਇਆ ਹੈ। ਆ ਜਿੰਨੇ ਤਾਰੇ ਦਿਸਦੇ ਐ, ਚੰਦਰਮਾ ਹੈ, ਸੂਰਜ ਵੈ, ਇਹ ਵਾਹਿਗੁਰੂ ਨੇ ਆਪ ਦੀ ਕਲ ਸ਼ਕਤੀ ਨਾਲ ਹੀ ਅਟਕਾਏ ਹੋਏ ਐ। ਇਹ ਧਰਤੀ ਜਿਹੜੀ ਹੈ ਇਸ ਆਕਾਸ਼ ਮੰਡਲ ਦੇ ਅੰਦਰ ਸਾਧ ਸੰਗਤ ਜੀ ਵਾਹਿਗੁਰੂ ਨੇ ਆਪਣੀ ਸੱਤਾ ਨਾਲ ਹੀ ਅਟਕਾਈ ਹੋਈ ਹੈ। ਜੀਵਾਂ ਦੇ ਅੰਦਰ ਜਿਹੜੀ ਚੇਤਨ ਸੱਤਾ ਦੀ ਕਲ ਸ਼ਕਤੀ ਹੈ, ਇਹ ਪਾ ਕਰਕੇ ਵਾਹਿਗੁਰੂ ਨੇ ਸਾਰੀ ਕਾਇਨਾਤ ਨੂੰ ਆਪਣੇ ਆਸਰੇ ਤੇ ਰੱਖਿਆ ਹੋਇਆ ਏ। ਪੌੜੀ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਉਚਾਰਨ ਕਰਦੇ ਆ। ਖਸਮ ਕੈ ਦਰਬਾਰ, ਇਹ ਸਤਿਗੁਰੂ ਜੀ ਨੂੰ ਸਿੱਧਾ ਨੇ ਪੁੱਛਿਆ। ਪਹਿਲੇ ਪ੍ਰਕਰਨ ਨਾਲੇ ਦੇ ਅਰਥ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਵੇਈ ਚ ਪ੍ਰਵੇਸ਼ ਹੋ ਕਰਕੇ ਸੱਚੇ ਪਾਤਸ਼ਾਹ ਸੱਚਖੰਡ ਗਏ ਸੀਗੇ ਤੇ ਮਹਾਰਾਜ ਸਾਨੂੰ ਸੱਚਖੰਡ ਬਾਬਤ ਹੀ ਦੱਸੋ। ਸਿੱਧਾ ਨੇ ਇਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਹ ਸੱਚਖੰਡ ਕੈਸਾ ਸੀ ਮਹਾਰਾਜ, ਆਪ ਕਿਰਪਾ ਕਰਕੇ ਦੱਸੋ, ਕਿਉਂਕਿ ਤੁਸੀਂ ਤਾਂ ਮਹਾਰਾਜ ਆਏ ਹੋ ਉੱਥੇ ਸੱਚਖੰਡ ਦੇ ਅੰਦਰ।
ਤੋ ਹਜੂਰ ਨੂੰ ਜਦੋਂ ਬੇਨਤੀ ਕੀਤੀ ਇਹਨਾਂ ਸਿੱਧਾਂ ਨੇ, ਹੁਣ ਮਹਾਰਾਜ ਇਸ ਪੌੜੀ ਵਿੱਚ ਸੱਚਖੰਡ ਦਾ ਵਰਤਾਰਾ ਸਤਿਗੁਰੂ ਜੀ ਦੱਸਦੇ ਹਨ। ਮਹਾਰਾਜ ਫਰਮਾਉਂਦੇ ਆ, ਖਸਮ ਕੈ ਦਰਬਾਰ। ਹਜੂਰ ਕਹਿੰਦੇ ਸਿੱਧੋ ਜਿਹੜਾ ਖਸਮ ਮਾਲਕ ਹੈ ਵਾਹਿਗੁਰੂ, ਉਹਦਾ ਜੋ ਸੱਚਖੰਡ ਦਰਬਾਰ ਹੈ, ਢਾਢੇ ਵਸਿਆ। ਅਸੀਂ ਢਾਡੀ ਬਣ ਕੇ ਉਹਦੇ ਕੀਰਤਨੀਏ ਬਣ ਕਰਕੇ ਜਾ ਕਰਕੇ ਵਸੇ। ਵਾਹਿਗੁਰੂ ਦੀ ਸਿਫਤ ਦੇ ਕਰਕੇ ਹੀ ਮਹਾਰਾਜ ਨੇ ਕਿਹਾ ਸਾਨੂੰ ਸਿਫਤ ਲੈ ਕੇ ਗਈ ਹੈ ਪਰਮੇਸ਼ਰ ਦੀ। ਵੇਖੋ ਮਹਾਰਾਜ ਸਾਹਿਬ ਜੀ ਨਿਮਰਤਾ ਨਾਲ ਆਖਿਆ ਹੈ। ਜੇ ਸਿੱਧਾਂ ਨੇ ਵੀ ਪੁੱਛਿਆ ਨਾ ਮਹਾਰਾਜ ਨੂੰ ਕਿ ਬਾਲੇ ਕੌਣ ਸ਼ਕਤ ਤੁਮ ਇਹਾਂ ਲਿਆਈ, ਵੀ ਸਮੇਰ ਪਰਬਤ ਤੇ ਤਾਂ ਆਉਣਾ ਬੜਾ ਔਖਾ ਹੈ, ਤੇ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ? ਹਜੂਰ ਨੇ ਕਿਹਾ ਹਉ ਜਪਿਓ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਮਹਾਰਾਜ ਕਹਿੰਦੇ ਅਸੀਂ ਪਰਮੇਸ਼ਰ ਦਾ ਨਾਮ ਜਪਿਆ ਸਿੱਧੋ, ਨਿਰੰਕਾਰ ਦੇ ਨਾਮ ਨਾਲ ਸੁਰਤ ਜੋੜੀ ਹੈ, ਤੇ ਨਿਰੰਕਾਰ ਦੇ ਨਾਮ ਦੀ ਸ਼ਕਤੀ ਸਾਨੂੰ ਸਮੇਰ ਪਰਬਤ ਤੇ ਲੈ ਕੇ ਆਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਚਨ ਕਹੇ, ਤੇ ਨਾਨਕ ਆਖੈ ਨਾਥ ਦੀ ਸਾਧ ਸੰਗਤ ਬਿਨ ਦੂਜੀ ਓਟ ਨਹੀਂ ਮਨ ਰਾਈ। ਮਹਾਰਾਜ ਕਹਿੰਦੇ ਨੇ ਸਾਨੂੰ ਸਤ ਸੰਗਤ ਦੀ ਓਟ ਤੋਂ ਬਿਨਾ ਹੋਰ ਰਾਈ ਮਾਤਰ ਵੀ ਕਿਸੇ ਹੋਰ ਦੀ ਓਟ ਆਸਰਾ ਨਹੀਂ ਹੈ। ਇਹ ਸਤਿਗੁਰੂ ਜੀ ਕਹਿੰਦੇ ਜਦੋਂ ਸਿੱਧੋ ਅਸੀਂ ਖਸਮੈ ਕਾ ਦਰਬਾਰ, ਖਸਮ ਮਾਲਕ ਦੇ ਸੱਚਖੰਡ ਦਰਬਾਰ ਦੇ ਅੰਦਰ ਢਾਡੀ ਵਸਿਆ। ਢਾਡੀ ਕਹਿੰਦੇ ਆ ਕੀਰਤਨੀਏ ਨੂੰ, ਜਸ ਕਰਨ ਵਾਲੇ ਨੂੰ। ਮਹਾਰਾਜ ਕਹਿੰਦੇ ਜਦੋਂ ਅਸੀਂ ਉੱਥੇ ਜਾ ਕਰਕੇ ਵਾਹਿਗੁਰੂ ਦਾ ਜਸ ਕੀਤਾ, ਕੀਰਤਨ ਕੀਤਾ, ਅਸੀਂ ਪਹੁੰਚੇ ਜਦੋਂ ਸੱਚਖੰਡ ਵਿੱਚ ਵਸੇ ਜਾ ਕਰਕੇ। ਸੱਚਾ ਖਸਮ ਕਲਾਣ, ਜੋ ਸੱਚਾ ਹੈ ਨਾ ਖਸਮ ਮਾਲਕ ਸਦਾ ਰਹਿਣ ਵਾਲਾ, ਉਹਦਾ ਫਿਰ ਕਲਾਣ ਜਸ ਅਸੀਂ ਕਰਨਾ ਕੀਤਾ। ਕਲਾਣ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ ਜਿਵੇਂ ਜਿਹੜੇ ਨਕੀਬ ਹੁੰਦੇ, ਭਾਟ ਹੁੰਦੇ ਆ, ਜਦੋਂ ਵੰਸ ਦੀ ਚੌਂਕੜੀ ਗਾਉਂਦੇ ਆ ਨਾ, ਕੁੱਲ ਗਾਉਂਦੇ ਆ, ਉਹਨੂੰ ਕਲਾਣ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਅਸੀਂ ਸੱਚੇ ਮਾਲਕ ਦਾ ਜਸ ਜਿਹੜਾ ਸੀ ਕਲਾਣ ਉਹਦੇ ਸਾਹਮਣੇ ਜਾ ਕਰਕੇ ਕਰਨਾ ਕੀਤਾ ਵਾਹਿਗੁਰੂ ਦੇ ਸਨਮੁਖ, ਕਮਲ ਵਿਗਸਿਆ। ਉਦੋਂ ਫਿਰ ਸਾਡਾ ਹਿਰਦਾ ਰੂਪੀ ਕਮਲ ਜਿਹੜਾ ਸੀ ਨਾ ਖਿੜ ਗਿਆ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਬਹੁਤ ਸੁੱਖ ਮਿਲਿਆ ਵਾਹਿਗੁਰੂ ਜੀ ਦਾ ਜਿਸ ਸਮੇਂ ਅਸੀਂ ਜਸ ਕਰਨਾ ਕੀਤਾ। ਖਸਮ ਹੋ ਪੂਰਾ ਪਾਏ, ਤੇ ਖਸਮ ਮਾਲਕ ਦੇ ਕੋਲੋਂ ਫਿਰ ਪੂਰਾ ਸਰੋਪਾਓ ਅਸੀਂ ਪਾਇਆ, ਬਖਸ਼ਿਸ਼ ਪਾਈ ਪੂਰੀ, ਕੀ ਪੂਰਾ ਮੂਲ ਮੰਤਰ ਪਾਉਣਾ ਕੀਤਾ। ਉਦੋਂ ਫਿਰ ਨਿਰੰਕਾਰ ਨੇ ਜਦੋਂ ਅਸੀਂ ਸਿਫਤ ਕੀਤੀ ਨਾ, ਢਾਡੀ ਬਣ ਕੇ ਜਸ ਗਾਇਆ ਵਾਹਿਗੁਰੂ ਜੀ ਦਾ, ਤੇ ਪਰਮੇਸ਼ਰ ਨੇ ਪ੍ਰਸੰਨ ਹੋ ਕਰਕੇ ਕਿਹਾ ਕਿ ਹੁਣ ਸੰਸਾਰ ਦੇ ਅੰਦਰ ਤੁਸੀਂ ਨਾ ਬਲ ਦੇ ਸੰਸਾਰ ਨੂੰ ਠਾਰ ਦਿਓ, ਸ਼ਾਂਤੀ ਵਰਤਾ ਦਿਓ। ਮਹਾਰਾਜ ਕਹਿੰਦੇ ਭਾਈ ਪੂਰਾ ਜਿਹੜਾ ਸੀ ਨਾ ਮੰਤਰ, ਇਹ ਵੇਖ ਲਓ ਮਹਾਰਾਜ ਨੇ ਦੱਸਿਆ ਕਿ ਭਾਈ ਇਹ ਪੂਰਾ ਮੰਤਰ ਵੈ। ਮੂਲ ਮੰਤਰ ਦੀ ਬਖਸ਼ਿਸ਼ ਮਹਾਰਾਜ ਕਹਿੰਦੇ ਸਾਨੂੰ ਨਿਰੰਕਾਰ ਨੇ ਦਿੱਤੀ। ਤੇ ਜਦੋਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ 3 ਦਿਨ ਬਾਅਦ ਮਹਾਰਾਜ ਵੇਈ ਚੋਂ ਪ੍ਰਗਟ ਹੋਏ ਸੀ ਨਾ, ਸਾਰੇ ਰੌਲਾ ਪੈ ਗਿਆ ਸੀ। ਤੇ ਉਹ ਦੌਲਤ ਖਾਨ ਨਵਾਬ ਵੀ ਵੇਈ 'ਚ ਜਾਲ ਪਾ ਪਾ ਕੇ ਕਿ ਸਰੀਰ ਕਿੱਥੋਂ ਲੱਭੇਗਾ। ਇਉਂ ਮਹਾਰਾਜ ਸਾਹਿਬ ਜੀ ਨੂੰ ਜਾਣਿਆ ਕਿ ਤਾਂ ਹੁਣ ਚੜ੍ਹਾਈ ਕਰ ਗਏ, ਨਹੀਂ ਰਹਿ ਗਏ। ਤੇ ਭਾਈਆ ਜੈ ਰਾਮ ਜੀ ਵੀ ਬਹੁਤ ਚਿੰਤਾ ਨਾਲ ਘਰ ਝੂਰਦੇ ਆ ਕਿ ਮੈਂ ਹੁਣ ਜਿਹੜਾ ਹੈ ਤਲਵੰਡੀ ਕੀ ਖਬਰ ਦਿਆਂਗਾ, ਤੇ ਮੈਂ ਸੰਭਾਲ ਨਹੀਂ ਕਰ ਸਕਿਆ, ਹੁਣ ਮੈਂ ਕੀ ਮੂੰਹ ਲੈ ਕਰਕੇ ਉੱਥੇ ਜਾਵਾਂਗਾ। ਬਹੁਤ ਜ਼ਿਆਦਾ ਝੂਰਦੇ ਸਨ। ਤੇ ਫਿਰ ਬੇਬੇ ਨਾਨਕੀ ਜੀ ਨੇ ਝੂਰਦਿਆਂ ਹੋਇਆਂ ਵੇਖ ਕੇ ਕਿਹਾ ਤੁਸੀਂ ਝੂਰਦੇ ਕਿਉਂ? ਕਹਿੰਦੇ ਕਿ ਮੈਂ ਹੁਣ ਕੀ ਉੱਥੇ ਮੂੰਹ ਲੈ ਕਰਕੇ ਜਾਵਾਂ, ਤੇ ਮੈਂ ਇੱਥੇ ਉਹਨਾਂ ਦੀ ਸੰਭਾਲ ਨਹੀਂ ਕਰ ਸਕਿਆ। ਤੇ ਫਿਰ ਬੇਬੇ ਨਾਨਕੀ ਜੀ ਨੇ ਕਿਹਾ ਸੀ ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਸੰਸਾਰ ਨੂੰ ਤਾਰਨ ਵਾਸਤੇ ਸੰਸਾਰ ਦੇ ਉੱਤੇ ਆਏ ਹੈ, ਤੇ ਫਿਰ ਉਹ ਆਪ ਕਿਵੇਂ ਡੁੱਬ ਸਕਦੇ ਆ। ਇਹ ਬੇਬੇ ਜੀ ਦਾ ਨਿਸ਼ਚਾ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ। ਤੇ ਫਿਰ ਸੱਚੇ ਪਾਤਸ਼ਾਹ ਜਦੋਂ ਪ੍ਰਗਟ ਹੋਏ ਗਰੀਬ ਨਵਾਜ ਵੇਈ ਚੋਂ, ਤੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਭਾਈ ਸਧਾਰਨ ਸਭ ਤੋਂ ਪਹਿਲਾਂ ਮਹਾਰਾਜ ਦੇ ਮੁਖ ਲੱਗਾ ਗਰੀਬ ਨਵਾਜ ਦੇ। ਤੇ ਹਜੂਰ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਸਧਾਰਨ ਨਿਹਾਲ ਹੋਇਓ। ਮਹਾਰਾਜ ਦੇ ਬਖਸ਼ਿਸ਼ ਨਾਲ ਗਿਆਨ ਹੋ ਗਿਆ ਉਸੇ ਸਮੇਂ ਭਾਈ ਸਧਾਰਨ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਭ ਦਰਸ਼ਨ ਕਰਨ ਆਏ ਤੇ ਮਹਾਰਾਜ ਨੇ ਆਪਣੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਭੈਣ ਜੀ ਤੁਸੀਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਓ। ਘਰੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕੜਾਹ ਪ੍ਰਸ਼ਾਦ ਆ ਗਿਆ
ਜਿੰਨੀ ਉੱਥੇ ਸੰਗਤ ਬੈਠੀ ਸੀ ਮਹਾਰਾਜ ਨੇ ਫਿਰ ਸਭ ਨੂੰ ਬੈਠਿਆਂ ਨੂੰ ਮੂਲ ਮੰਤਰ ਬਖਸ਼ਿਆ। ਜਦੋਂ ਆਪਦੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਨੇ, ਉਹ ਸਾਧ ਸੰਗਤ ਜੀ ਸੰਤ ਘਾਟ ਸਾਹਿਬ ਮਹਾਰਾਜ ਦਾ ਸਥਾਨ ਹੈ, ਆਪਣੇ ਮੁਖ ਤੋਂ ਮਹਾਰਾਜ ਮੂਲ ਮੰਤਰ ਪੜਿਆ ਤੇ ਇਤਿਹਾਸ ਜ਼ਿਕਰ ਕਰਦਾ ਵਈ ਦਾ ਜਲ ਵੀ ਜਿਵੇਂ ਰੁਕ ਕੇ ਮਹਾਰਾਜ ਦੇ ਕੰਠ ਤੋਂ ਮੂਲ ਮੰਤਰ ਸੁਣਨ ਲੱਗਿਆ ਹੋਵੇ। ਪਸ਼ੂ ਪਕਸ਼ੀ ਜਿਹੜੇ ਆ ਚੱਲ ਚੀਜ਼ਾਂ ਸਭ ਰੁਕ ਗਈਆਂ ਹਨ। ਇਸ ਪ੍ਰਕਾਰ ਜੜ ਚੇਤਨ ਹੋਣ ਲੱਗ ਪਈਆਂ। ਇੰਨਾ ਵਿਸਮਾਦ ਹੋਇਆ ਜਦੋਂ ਸਤਿਗੁਰਾਂ ਜੀ ਨੇ ਮੂਲ ਮੰਤਰ ਆਪਦੇ ਸ਼੍ਰੀ ਕੰਠ ਤੋਂ ਬਖਸ਼ਿਸ਼ ਕੀਤਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਸਿੱਧੋ ਸਾਨੂੰ ਪੂਰੀ ਬਖਸ਼ਿਸ਼ ਦਿੱਤੀ ਗੁਰੂ ਨਿਰੰਕਾਰ ਨੇ, ਐਸੀ ਰਹਿਮਤ ਕੀਤੀ ਸਾਡੇ ਉੱਪਰ। ਮਨ ਹੋ ਰਹਸਿਆ, ਤੇ ਮਨ ਜਿਹੜਾ ਸੀ ਨਾ ਫਿਰ ਮਹਾਰਾਜ ਕਹਿੰਦੇ ਭਾਈ ਖਿੜ ਗਿਆ ਸਾਡਾ, ਖੁਸ਼ੀ ਦੇ ਵਿੱਚ ਆ ਗਿਆ। ਦੁਸ਼ਮਨ ਕੱਢੇ ਮਾਰ, ਜਿੰਨੇ ਵੀ ਦੁਸ਼ਮਣ ਸੀ ਨਾ ਇਹ ਸਿੱਖਾਂ ਦੇ ਅੰਦਰ, ਫਿਰ ਇੱਥੇ ਲੁਕਾਈ ਦੇ ਅੰਦਰ ਦੁਸ਼ਮਣ ਕੀ ਸਨ, ਔਗਣ ਪਾਪ, ਇਹ ਮਹਾਰਾਜ ਕਹਿੰਦੇ ਭਾਈ ਫਿਰ ਅਸੀਂ ਮੂਲ ਮੰਤਰ ਨਾਲ ਮਾਰ ਮਾਰ ਕੇ ਕੱਢ ਦਿੱਤੇ ਸਭ ਜੀਆਂ ਦੇ ਅੰਦਰੋਂ। ਸੱਜਣ ਸਰਸਿਆ, ਜਿਹੜੇ ਸੱਜਣ ਸੀ ਸੁਭ ਗੁਣ ਉਹ ਮਹਾਰਾਜ ਕਹਿੰਦੇ ਭਾਈ ਸਹਿਤ ਰਸ ਦੇ ਕਰ ਦਿੱਤੇ। ਸੱਚਾ ਸਤਿਗੁਰ ਸੇਵਨ, ਸੱਚੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਨੇ ਕਰਕੇ ਸੱਚਾ ਮਾਰਗ ਦੱਸਿਆ। ਤਾਂ ਸਾਨੂੰ ਵਾਹਿਗੁਰੂ ਨੇ ਇਹ ਸੱਚਾ ਮਾਰਗ ਜਿਹੜਾ ਹੈ ਨਾ ਉਹ ਦੱਸਣਾ ਕੀਤਾ ਹੈ ਕਿ ਮੂਲ ਮੰਤਰ ਨਾਲ ਉਧਾਰ ਹੋਵੇਗਾ ਸਾਰੀ ਸ੍ਰਿਸ਼ਟੀ ਦਾ। ਇਹ ਮਹਾਰਾਜ ਕਹਿੰਦੇ ਭਾਈ ਸਾਨੂੰ ਸੱਚਾ ਮਾਰਗ ਵਾਹਿਗੁਰੂ ਨੇ ਦੱਸਣਾ ਕੀਤਾ। ਸੱਚਾ ਸ਼ਬਦ ਵਿਚਾਰ, ਸੱਚੇ ਸ਼ਬਦ ਦੀ ਵਿਚਾਰ ਜਿਹੜੀ ਸੀ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕਰਕੇ ਸੌਂਪਣਾ ਕੀਤੀ। ਕਾਲ ਵਿਧੰਸਿਆ, ਤੇ ਕਾਲ ਦਾ ਹੀ ਅਸੀਂ ਫਿਰ ਵਿਧੰਸ ਕਰ ਦਿੱਤਾ, ਕਾਲ ਦਾ ਨਾਸ਼ ਹੀ ਕਰ ਦਿੱਤਾ, ਮਾਰ ਦਿੱਤਾ ਕਾਲ ਨੂੰ। ਮਹਾਰਾਜ ਦੱਸਦੇ ਆ ਕਿ ਸਾਨੂੰ ਕਾਲ ਨਹੀਂ ਵਿਆਪ ਸਕਦਾ। ਇਹ ਸਿੱਧ ਵੇਖ ਲਓ, ਇਹਨਾਂ ਨੇ ਦਸਮ ਦਵਾਰ ਵਿੱਚ ਸਵਾਸ ਚੜਾਉਂਦੇ ਆ, ਦਈਆਂ ਬੜੀਆਂ ਲੰਮੀਆਂ ਉਮਰਾਂ ਕੀਤੀਆਂ ਪਰ ਫਿਰ ਵੀ ਕਾਲ ਨੇ ਖਾਣਾ ਹੀ ਹੈ ਨਾ। ਮਹਾਰਾਜ ਕਹਿੰਦੇ ਅਸੀਂ ਤਾਂ ਕਾਲ ਨੂੰ ਹੀ ਮਾਰ ਸਿੱਟਿਆ ਏ। ਢਾਢੇ ਕਥੇ ਅਕਥ, ਮਹਾਰਾਜ ਨੇ ਫਰਮਾਇਆ ਕਿ ਅਸੀਂ ਢਾਡੀ ਕੀਰਤਨੀਏ ਬਣ ਕਰਕੇ ਅਕਥ ਪਰਮੇਸ਼ਰ ਦੇ ਜਸ ਨੂੰ ਕਥਨ ਕਰਨਾ ਕੀਤਾ। ਸ਼ਬਦ ਸਵਾਰਿਆ, ਸ਼ਬਦ ਦੀ ਬਰਕਤ ਨਾਲ ਵਾਹਿਗੁਰੂ ਨੇ ਸਾਨੂੰ ਸਵਾਰ ਦਿੱਤਾ। ਨਾਨਕ ਗੁਣ ਗਹਿਰਾਸ, ਹਜੂਰ ਫਰਮਾਉਂਦੇ ਆ ਕਿ ਗੁਣਾਂ ਦੀ ਰਾਸ ਜਿਹੜੀ ਹੈ ਨਾ ਪੂੰਜੀ, ਇਹ ਵਾਹਿਗੁਰੂ ਤੋਂ ਅਸੀਂ ਗ੍ਰਹਿਣ ਕੀਤੀ ਆ। ਹਰ ਜਿਉ ਮਿਲੇ ਪਿਆਰਿਆ, ਮਹਾਰਾਜ ਨੇ ਕਿਹਾ ਪਿਆਰਿਆ ਫਿਰ ਵਾਹਿਗੁਰੂ ਜੀ ਸਾਨੂੰ ਸਿੱਧੋ ਪ੍ਰਾਪਤ ਹੋਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਪੁੱਛਣ ਤੋਂ, ਬੇਨਤੀ ਕਰਨ ਤੋਂ ਦੱਸਿਆ ਕਿ ਜਦੋਂ ਸੱਚਖੰਡ ਗਏ ਤੇ ਕੀ ਵਾਰਤਾਲਾਪ ਹੋਈ ਵਾਹਿਗੁਰੂ ਜੀ ਦੇ ਕੋਲੋਂ, ਕਿਵੇਂ ਮੂਲ ਮੰਤਰ ਅਸੀਂ ਲੈਣਾ ਕੀਤਾ। ਤੇ ਹੁਣ ਇਹਦੇ ਜੋ ਅਰਥ ਹਨ ਦੂਸਰੇ ਪ੍ਰਕਰਣ ਤੋਂ ਆਰੰਭ ਤੋਂ ਪੌੜੀ ਫਿਰ ਪੜੋ। ਖਸਮ ਕੈ ਦਰਬਾਰ, ਸਾਧ ਸੰਗਤ ਜੀ ਖਸਮ ਮਾਲਕ ਦਾ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਕਿਹੜਾ ਹੈ? 10 ਪਾਤਸ਼ਾਹੀਆਂ ਦਾ ਸਾਧ ਸੰਗਤ ਦਰਬਾਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਸਤ ਸੰਗਤ ਦਰਬਾਰ ਹੈ ਖਸਮ ਮਾਲਕ ਦਾ ਵਾਹਿਗੁਰੂ ਦਾ, ਢਾਢੇ ਵਸਿਆ, ਜਿਹੜਾ ਢਾਡੀ ਕੀਰਤਨੀਆਂ ਬਣ ਕਰਕੇ ਸੰਗਤ ਵਿੱਚ ਆ ਕਰਕੇ ਵਸਿਆ ਹੈ। ਮਹਾਰਾਜ ਦਾ ਜਸ ਸੁਣਦਾ ਹੈ, ਸਤਿਗੁਰੂ ਜੀ ਦਾ ਜਸ ਕਰਦਾ ਹੈ, ਕੀਰਤਨੀਆਂ ਬਣ ਕਰਕੇ ਜਿਹੜਾ ਭਾਈ ਮਹਾਰਾਜ ਦੀ ਸਾਧ ਸੰਗਤ ਰੂਪੀ ਦਰਬਾਰ ਦੇ ਅੰਦਰ ਆ ਕਰਕੇ ਵਸਿਆ ਹੈ, ਬੈਠਿਆ ਹੈ। ਸੱਚਾ ਖਸਮ ਕਲਾਣ, ਫਿਰ ਇੱਥੇ ਆ ਕਰਕੇ ਜੋ ਸੱਚਾ ਹੈ ਮਾਲਕ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ, ਉਹਦੇ ਜਸ ਨੂੰ ਕਲਾਣ ਉਹਨਾਂ ਨੇ ਮੁਖ ਤੋਂ ਉਚਾਰਨ ਕੀਤਾ ਹੈ। ਸਾਧ ਸੰਗਤ ਵਿੱਚ ਆ ਕਰਕੇ ਹੋਰ ਗੱਲਾਂ ਨਹੀਂ ਕੀਤੀਆਂ। ਸਤ ਸੰਗਤ ਰੂਪੀ ਦਰਬਾਰ ਵਿੱਚ ਆ ਕਰਕੇ ਉਹਨਾਂ ਨੇ ਸੰਸਾਰ ਦੇ ਕਿਸੇ ਬੋਲ ਨੂੰ, ਕਿਸੇ ਬਚਨ ਨੂੰ ਆਪਣੇ ਮੁਖ ਤੋਂ ਨਹੀਂ ਕੀਤਾ। ਮਹਾਰਾਜ ਕਹਿੰਦੇ ਭਾਈ ਸੱਚਾ ਖਸਮ ਕਲਾਣ, ਇਹ ਕਲਾਣ ਜਸ ਜਿਹੜਾ ਹੈ ਨਾ ਸੱਚੇ ਦਾ ਮਾਲਕ ਦਾ, ਉਹ ਕਰਨਾ ਕੀਤਾ ਢਾਡੀ ਬਣ ਕਰਕੇ। ਕਮਲ ਵਿਗਸਿਆ, ਫਿਰ ਕੀ ਹੁੰਦਾ ਹੈ? ਉਸ ਢਾਡੀ ਦਾ, ਉਸ ਕੀਰਤਨੀਏ ਦਾ ਹਿਰਦਾ ਰੂਪੀ ਕੌਲ ਫਿਰ ਸਾਧ ਸੰਗਤ ਜੀ ਖਿੜ ਜਾਂਦਾ ਹੈ। ਵੇਖ ਲੋ ਸਿੱਧ ਇਸ ਕੌਲ ਨੂੰ ਸਿੱਧਾ ਕਰਨ ਲਈ ਨਾ ਬੜੇ ਜਿਹੜੇ ਆ ਸਾਧ ਸੰਗਤ ਜੀ ਕਰਮ ਕਰਦੇ ਐ, ਪ੍ਰਾਣਾਯਾਮ ਕਰਦੇ ਐ, ਆਸਣ ਲਾਉਂਦੇ ਐ, ਬਹੁਤ ਜ਼ਿਆਦਾ ਜਿਹੜਾ ਹੈ
ਅਪਾਨ ਵਾਯੂ ਨੂੰ ਤੇ ਇਉਂ ਰੋਕਦੇ ਐ ਤੇ ਇਹ ਕਈ ਪ੍ਰਕਾਰ ਦੇ ਸਾਧਨ ਕਰਦੇ ਐ, ਚੱਕਰਾਂ ਨੂੰ ਵਿੰਨਦੇ ਐ ਤੇ ਫਿਰ ਬੜੀ ਮਿਹਨਤ ਨਾਲ ਹਿਰਦਾ ਕੌਲ ਸਿੱਧਾ ਹੁੰਦਾ ਹੈ। ਪਰ ਜਿਹੜਾ ਮਹਾਰਾਜ ਜੀ ਦਾ ਸੱਚੇ ਦਿਲੋਂ ਜਸ ਕਰਦਾ ਹੈ ਨਾ, ਢਾਡੀ ਕੀਰਤਨੀਆਂ ਬਣ ਕਰਕੇ ਪਿਆਰ ਦੇ ਨਾਲ ਮਹਾਰਾਜ ਦਾ ਜਸ ਕਰਦਾ ਹੈ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਉਹਦਾ ਹਿਰਦਾ ਰੂਪੀ ਕੌਲ ਜਿਹੜਾ ਨਾ ਖਿੜ ਜਾਂਦਾ ਹੈ। ਜਦੋਂ ਮਹਾਰਾਜ ਦਾ ਜਸ ਪਿਆਰ ਨਾਲ ਸੁਣੀਏ, ਸਤ ਸੰਗਤ ਕਰੀਏ, ਤੇ ਉਦੋਂ ਫਿਰ ਹਿਰਦਾ ਰੂਪੀ ਕੌਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ ਖਿੜ ਜਾਂਦਾ ਏ। ਖਸਮ ਪੂਰਾ ਪਾਏ, ਖਸਮ ਮਾਲਕ ਦੇ ਕੋਲੋਂ ਫਿਰ ਪੂਰੀ ਬਖਸ਼ਿਸ਼ ਬ੍ਰਹਮ ਗਿਆਨ ਦੀ ਉਹ ਸਿੱਖ ਪਾ ਕੇ ਨਿਹਾਲ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ, ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ ਹੋਏ ਜਿਨ੍ਹਾਂ ਨੇ 70-75 ਸਾਲ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਵੇਖ ਲੋ ਕੀਰਤਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੂਰੀ ਬਖਸ਼ਿਸ਼ ਫਿਰ ਪ੍ਰਾਪਤ ਹੋ ਜਾਂਦੀ ਹੈ। ਸਰੋਪਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਦਾ ਦਿੰਦੇ ਆ। ਗੁਰ ਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੀ ਬਖਸ਼ਿਸ਼ ਕਰਦੇ ਆ ਕਿ ਹਰ ਥਾਂ ਤੇ ਆਪਣਾ ਸਰੂਪ ਪ੍ਰਗਟ ਕਰਕੇ ਦਿਖਾਲ ਦਿੰਦੇ ਆ। ਇਹ ਪੂਰੀ ਬਖਸ਼ਿਸ਼ ਬ੍ਰਹਮ ਗਿਆਨ ਦੀ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਢਾਡੀ ਨੂੰ, ਉਸ ਕੀਰਤਨੀਏ ਨੂੰ, ਉਸ ਜਸ ਕਰਨ ਵਾਲੇ ਨੂੰ ਪ੍ਰਾਪਤ ਹੁੰਦੀ ਆ। ਮਨ ਹੋ ਰਹਸਿਆ, ਤੇ ਮਨੋ ਰਹਸਿਆ, ਮਨ ਦੇ ਅੰਦਰ ਜਿਹੜੇ ਰਹੱਸ ਭੇਦ ਵੀ ਹੁੰਦੇ ਆ ਉਹ ਸਾਰੇ ਹੀ ਭੇਦ ਖੁੱਲ ਜਾਂਦੇ ਆ। ਤੇ ਰਹੱਸ ਖੁਸ਼ੀ ਨੂੰ ਕਹਿੰਦੇ ਆ। ਮਨ ਐਸਾ ਖੁਸ਼ੀ ਨਾਲ ਖਿੜਦਾ ਹੈ ਨਾ, ਫਿਰ ਸੰਸਾਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਤਾਂ ਸਾਧ ਸੰਗਤ ਜੀ ਛਿਨ ਭੰਗਰ ਨਾਸ਼ ਹੋ ਜਾਣ ਵਾਲੀਆਂ। ਇਹ ਖੁਸ਼ੀ ਕਦੇ ਫਿਰ ਭੰਗ ਨਹੀਂ ਹੁੰਦੀ, ਇਹ ਨਾਸ਼ ਨਹੀਂ ਹੁੰਦੀ ਖੁਸ਼ੀ। ਐਸਾ ਮਹਾਰਾਜ ਸਰੋਪਾਓ ਬਖਸ਼ਿਸ਼ ਕਰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪੱਤ ਮੇਰੀ। ਮਹਾਰਾਜ ਇਹ ਤੁਸੀਂ ਮੇਰੀ ਪੱਤ ਹੀ ਢੱਕ ਲਈ। ਸਿਰੋਂ ਪਾਓ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਹੀ ਢੱਕ ਲੈਣੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰੋਂ ਫਿਰ ਪੂਰੀ ਬਖਸ਼ਿਸ਼ ਜਿਹੜੀ ਆ ਉਹ ਪ੍ਰਾਪਤ ਹੁੰਦੀ ਆ। ਦੁਸ਼ਮਨ ਕੱਢੇ ਮਾਰ, ਜਿੰਨੇ ਦੁਸ਼ਮਣ ਨਾ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਫਿਰ ਸਾਧ ਸੰਗਤ ਜੀ ਢਾਡੀ ਮਾਰ ਕੇ ਬਾਹਰ ਕੱਢ ਦਿੰਦਾ ਕੀਰਤਨੀਆ ਮਹਾਰਾਜ ਜੀ ਦਾ। ਕਿਉਂਕਿ ਜਸ ਦਾ ਪ੍ਰਤਾਪ ਹੀ ਇਹੋ ਜਿਹਾ। ਜਦੋਂ ਭਿੱਜ ਕੇ ਮਹਾਰਾਜ ਜੀ ਦਾ ਕੀਰਤਨ ਕੀਤਾ, ਭਿੱਜ ਕੇ ਕਥਾ ਕੀਤੀ, ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਇਹ ਜਸ ਦੀ ਬਰਕਤ ਵੈ। ਜਿਨ ਜਿਨ ਨਿਰੰਕਾਰ ਦਾ ਪ੍ਰੇਮ ਨਾਲ ਜਸ ਕੀਤਾ ਜਾਂ ਸੁਣਿਆ ਹੈ, ਮਹਾਰਾਜ ਨੇ ਕਿਹਾ ਭਈ ਉਹਦੇ ਦੁਸ਼ਮਣ ਜਿਹੜੇ ਆ ਨਾ ਫਿਰ ਵਾਹਿਗੁਰੂ ਜੀ ਮਾਰ ਮਾਰ ਕੇ ਬਾਹਰ ਕੱਢ ਦਿੰਦੇ ਆ। ਉਹਨੂੰ ਫਿਰ ਕ੍ਰੋਧ ਕਾਮ ਆਦਿ ਕੇ ਸਤਾਉਂਦੇ ਨਹੀਂ। ਇਹ ਸਾਰੀ ਆਸਰੀ ਸੰਪਦਾ ਰੂਪੀ ਜਿਹੜੀ ਦੁਸ਼ਮਣ ਮੈਂ ਸਾਡੀ, ਇਹ ਮਹਾਰਾਜ ਕਹਿੰਦੇ ਭਾਈ ਮਾਰ ਕੇ ਕੱਢ ਦਿੰਦੇ ਨਿਰੰਕਾਰ ਜੀ ਅੰਦਰੋਂ। ਸੱਜਣ ਸਰਸਿਆ, ਜਿਹੜੇ ਸੱਜਣ ਕੌਣ ਨੇ? ਸਤ ਸੰਤੋਖ ਦਇਆ ਧਰਮ, ਇਹ ਫਿਰ ਸਹਿਤ ਰਸ ਦੇ ਹੋ ਜਾਂਦੇ ਆ ਸਾਧ ਸੰਗਤ ਜੀ। ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਉਹਨਾਂ ਦੀ ਸੱਜਣਤਾਈ ਕਰਦੇ ਆ, ਉਹ ਵੀ ਨਾਮ ਦੇ ਰਸ ਦੇ ਸਹਿਤ ਹੋ ਜਾਂਦੇ ਹਨ। ਸੱਚਾ ਸਤਿਗੁਰ ਸੇਵਨ, ਜਿਨ੍ਹਾਂ ਨੇ ਸੱਚੇ ਸਤਿਗੁਰੂ ਜੀ ਨੂੰ ਸੇਵਨਾ ਕੀਤਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੇਵਨਾ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ, 10 ਪਾਤਸ਼ਾਹੀਆਂ ਨੂੰ ਜਿਨ੍ਹਾਂ ਨੇ ਭਾਈ ਸੇਵਿਆ ਏ। ਸੱਚਾ ਮਾਰਗ ਦੱਸਿਆ, ਉਹਨਾਂ ਨੂੰ ਸਤਿਗੁਰਾਂ ਜੀ ਨੇ ਫਿਰ ਭਾਵ ਭਗਤੀ ਵਾਲਾ ਸੱਚਾ ਮਾਰਗ ਦੱਸ ਦਿੱਤਾ। ਸਿੱਖੀ ਦਾ ਸੱਚਾ ਮਾਰਗ ਮਹਾਰਾਜ ਨੇ ਦੱਸ ਦਿੱਤਾ ਕਿ ਇਸ ਰਾਹ ਤੇ ਚੱਲਿਆਂ ਕਲਿਆਣ ਹੋਣੀ ਹੈ। ਸਿੱਖ ਫਿਰ ਪ੍ਰੇਮਾ ਭਗਤੀ ਦੇ ਮਾਰਗ ਤੇ ਤੁਰ ਪਏ। ਜਿਹੜੇ ਸਾਧ ਸੰਗਤ ਜੀ ਜਿਹੜਾ ਸੰਸਾਰ ਹੈ ਨਾ, ਕੋਈ ਤਾਂ ਵੇਖੋ ਪਖੰਡ ਦੇ ਮਾਰਗ ਤੇ ਤੁਰਿਆ ਪਿਆ, ਕੋਈ ਦੇਵੀ ਦੇਵਤਿਆਂ ਦੀ ਪੂਜਾ, ਕੋਈ ਗੁੱਗੇ ਦੀ ਪੂਜਾ ਵਾਲੇ ਮਾਰਗ ਤੇ ਤੁਰਿਆ ਪਿਆ, ਕੋਈ ਨਾਸਤਕ ਪੁਣੇ ਦੇ ਮਾਰਗ ਤੇ ਚਲਿਆ ਜਾ ਰਿਹਾ ਹੈ। ਇਹ ਮਹਾਰਾਜ ਜੀ ਨੇ ਆਪਣੇ ਪਿਆਰ ਵਾਲਿਆਂ ਨੂੰ ਸੱਚਾ ਮਾਰਗ ਦੱਸਤਾ ਕਿ ਭਾਵ ਭਗਤੀ ਦਾ ਮਾਰਗ ਜਿਹੜਾ ਨਾ, ਇਹ ਸੱਚਾ ਮਾਰਗ ਵੈ। ਸਿੱਖੀ ਦਾ ਰਸਤਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫਿਰ ਸੰਸਾਰ ਦੇ ਅੰਦਰ ਜੀਆਂ ਨੂੰ ਦਿਖਾਉਣਾ ਕੀਤਾ। ਪਰਮਾਰਥ ਦਾ ਰਾਹ ਮਹਾਰਾਜ ਜੀ ਨੇ ਦੱਸਣਾ ਕੀਤਾ। ਸੱਚਾ ਸ਼ਬਦ ਵਿਚਾਰ, ਸੱਚੇ ਸ਼ਬਦ ਦੀ ਵਿਚਾਰ ਹਜੂਰ ਕਹਿੰਦੇ ਭਾਈ ਪ੍ਰਾਪਤ ਹੋ ਜਾਂਦੀ ਹੈ ਸਾਧ ਸੰਗਤ ਰੂਪੀ ਦਰਬਾਰ ਦੇ ਅੰਦਰੋਂ। ਜਿਹੜਾ ਸਦਾ ਰਹਿਣ ਵਾਲਾ ਮਹਾਰਾਜ ਜੀ ਦਾ ਸ਼ਬਦ ਹੈ ਨਾ,
ਇਹਦੀ ਵਿਚਾਰ ਮਹਾਰਾਜ ਨੇ ਕਿਹਾ ਭਾਈ ਜਦੋਂ ਪ੍ਰਾਪਤ ਹੋ ਜਾਂਦੀ ਆ ਕਾਲ ਵਿਧੰਸਿਆ ਫਿਰ ਉਹ ਮਹਾਪੁਰਖ ਆਪਣੇ ਜਿਹੜਾ ਸਰੀਰ ਨੂੰ ਕਾਲ ਨੇ ਖਾਣਾ ਹੁੰਦਾ ਨਾ, ਸਾਧ ਸੰਗਤ ਜੀ ਕਾਲ ਨੂੰ ਹੀ ਵਿਧੰਸ ਦਿੰਦੇ ਆ, ਨਾਸ਼ ਕਰ ਦਿੰਦੇ ਆ, ਕਾਲ ਦਾ ਹੀ ਗਲਾ ਵੱਢ ਦਿੰਦੇ। ਕਾਲ ਨਹੀਂ ਉਹਨਾਂ ਨੂੰ ਵਿਆਪਦਾ, ਉਹ ਤਾਂ ਸਦਾ ਲਈ ਫਿਰ ਅਮਰ ਤੇ ਅਟਲ ਹੋ ਜਾਂਦੇ ਆ। ਕਬੀਰ ਸਾਹਿਬ ਜੀ ਕਿਤੇ ਮਰੇ ਆ, ਭਗਤ ਰਵਿਦਾਸ ਜੀ ਕਿਤੇ ਮਰ ਗਏ ਆ, ਇਹ ਤਾਂ ਸਦਾ ਹੀ ਜਿਉਂਦੇ ਆ, ਸਦਾ ਹੀ ਅਮਰ ਹਨ। ਉਹਨਾਂ ਨੇ ਕਾਲ ਨੂੰ ਹੀ ਨਾਸ਼ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਸੱਚੇ ਸ਼ਬਦ ਦੀ ਵਿਚਾਰ ਪ੍ਰਾਪਤ ਹੋ ਗਈ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਾਧ ਸੰਗਤ ਜਿਹੜਾ ਦਰਬਾਰ ਹੈ ਨਾ ਸੱਚੇ ਪਰਮੇਸ਼ਰ ਦਾ, ਇੱਥੋਂ ਸੱਚੇ ਸ਼ਬਦ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਤੇ ਜਿਹਨੂੰ ਹੋ ਜਾਂਦੀ ਹੈ ਉਹ ਫਿਰ ਕਾਲ ਨੂੰ ਹੀ ਨਾਸ਼ ਕਰ ਦਿੰਦਾ ਹੈ। ਢਾਢੇ ਕਥੇ ਅਕਥ ਜੋ ਅਕਥ ਪਰਮੇਸ਼ਰ ਵੈ ਉਹਦੇ ਜਸ ਨੂੰ ਜਿਹੜਾ ਢਾਡੀ ਬਣ ਕੇ ਮਹਾਰਾਜ ਕਹਿੰਦੇ ਕੀਰਤਨੀਆਂ ਬਣ ਕਰਕੇ ਕਥਨ ਕਰਦਾ ਏ। ਸ਼ਬਦ ਸਵਾਰਿਆ ਮਹਾਰਾਜ ਦੇ ਸ਼ਬਦ ਨੇ ਫਿਰ ਉਹਨੂੰ ਸਵਾਰ ਦਿੱਤਾ ਸੁਭ ਗੁਣਾਂ ਦੇ ਨਾਲ। ਉਹਦਾ ਸਾਰਾ ਜਨਮ ਹੀ ਮਹਾਰਾਜ ਦਾ ਸ਼ਬਦ ਜਿਹੜਾ ਫਿਰ ਸਵਾਰ ਦਿੰਦਾ ਹੈ। ਇਹ ਕਲਾ ਵਰਤਦੀ ਹੈ ਫਿਰ ਵਾਹਿਗੁਰੂ ਜੀ ਕੀ, ਸ਼ਬਦ ਦੀ ਕਲਾ ਵਰਤਦੀ ਹੈ। ਮਹਾਰਾਜ ਕਹਿੰਦੇ ਭਾਈ ਸ਼ਬਦ ਨਾਲ ਉਹਨਾਂ ਦਾ ਸਾਰਾ ਹੀ ਆਪਣਾ ਆਪਾ ਜਿਹੜਾ ਨਾ ਉਹ ਸਵਾਰਿਆ ਜਾਂਦਾ ਹੈ। ਜਿਹੜੇ ਅਕਥ ਪਰਮੇਸ਼ਰ ਦਾ ਜਸ ਕਥਨ ਕਰਦੇ ਆ ਕੀਰਤਨੀਏ ਬਣ ਕੇ ਸੱਚੇ ਦਿਲੋਂ। ਨਾਨਕ ਗੁਣ ਗਹਿਰਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੌੜੀ ਦੀ ਸਮਾਪਤੀ ਕਰਦੇ ਹੋਏ ਮਹਾਰਾਜ ਕਹਿੰਦੇ ਆ ਗੁਣਾਂ ਨੂੰ ਗ੍ਰਹਿਣ ਕਰ ਲੈਂਦੇ ਆ। ਇੰਨੀ ਉਹਨਾਂ ਕੋਲ ਰਾਸ ਪੂੰਜੀ ਹੁੰਦੀ ਹੈ, ਗੁਣ ਹੀ ਗੁਣ ਹੁੰਦੇ ਆ। ਨਾਮ ਦੀ ਪੂੰਜੀ ਮਹਾਰਾਜ ਕਹਿੰਦੇ ਭਾਈ ਉਹ ਗ੍ਰਹਿਣ ਕਰ ਲੈਂਦੇ ਆ ਸਾਧ ਸੰਗਤ ਰੂਪੀ ਦਰਬਾਰ ਦੇ ਵਿੱਚੋਂ। ਹਰ ਜੀਉ ਮਿਲੇ ਪਿਆਰਿਆ ਇਹ ਪਿਆਰਿਆ ਇਉਂ ਹਰ ਜੀਉ ਉਹਨਾਂ ਨੂੰ ਫਿਰ ਜਿਹੜਾ ਨਾ ਪਰਮੇਸ਼ਰ ਉਹ ਮਿਲ ਜਾਂਦਾ ਹੈ। ਅਭੇਦ ਹੋ ਜਾਂਦੇ ਆ ਵਾਹਿਗੁਰੂ ਦੇ ਅੰਦਰ। ਜੇ ਪਿਆਰਿਆ ਤੂੰ ਵੀ ਮਿਲਣਾ ਚਾਹੁੰਦਾ ਤੇ ਫਿਰ ਸਾਧ ਸੰਗਤ ਦਰਬਾਰ ਹੈ ਖਸਮ ਦਾ ਮਾਲਕ ਦਾ, ਉਥੇ ਆ ਕੇ ਤੂੰ ਵੀ ਢਾਡੀ ਬਣ ਕੇ ਮਹਾਰਾਜ ਦਾ ਜਸ ਕਰਿਆ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਵੀ ਪਿਆਰਿਆ ਹਰ ਜੀਓ ਵਾਹਿਗੁਰੂ ਨੂੰ ਮਿਲ ਜਾਵੇਂਗਾ। ਜੋ ਸਾਰਿਆਂ ਦਾ ਹੀ ਜੀ ਆਤਮਾ ਰੂਪ ਹੈ ਨਾ ਪਰਮੇਸ਼ਰ, ਉਹਦੇ ਵਿੱਚ ਭਾਈ ਤੂੰ ਵੀ ਅਭੇਦ ਹੋ ਜਾਵੇਂਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। 23ਵੀਂ ਜਿਹੜੀ ਹੈ ਪੌੜੀ ਸਲੋਕਾਂ ਸਮੇਤ ਸੰਪੂਰਨ ਹੋਈ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਢਾਢੇ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ ਹੈ ਪੀਹੋ ਮਨ। ਹੇ ਸੰਤ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ।
ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗਜਾਵੇ ਸੋ ਨਿਹਾਲ ਹੋਵੇ ਸਤਿ ਸ਼੍ਰੀ ਅਕਾਲ। ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੇ ਚੜ੍ਹਦੇ ਕਲਾ। ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ। ਸਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਬਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ। ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹੁ ਨਾਨਕ ਹਰ ਭਜ ਮਨਾ ਜਹ ਵਿਧ ਜਲ ਕਾ ਮੀਨ। ਵੇਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਕਹੁ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਪਾਸ। ਕਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ। ਕਹੁ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ। ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਹੁ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਧਨ ਦਾਰਾ ਸੰਪਤ ਸਕਲ ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ। ਕਹੁ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ। ਤਨ ਧਨ ਜਹ ਤੋ ਕਉ ਦਿਓ ਤਾਂ ਸਿਉ ਨਿਹੁ ਨ ਕੀਨ। ਕਹੁ ਨਾਨਕ ਨਰ ਬਾਵਰੇ ਆਬ ਕਿਉ ਡੋਲਤ ਦੀਨ। ਤਨ ਧਨ ਸੰਪੈ ਸੁਖ ਦਿਓ ਹਰ ਜਹਨੀ ਕੇ ਤਾਮ। ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਏ। ਕਹੁ ਨਾਨਕ ਸੁਨ ਰੇ ਮਨਾ ਤਹ ਸਿਮਰਤ ਗਤ ਹੋਏ।
जह सिमरत गत पाइया तह भज रे तैमीत कहु नानक सुन रे मना औध घटत है नीत पांच तत्व को तन रच्यो जानो चतुर सुजान जह ते उपजयो नानका लीन ताहे मैं मानो घाट घाट मैं हर जू बसै संतन कह्यो पुकारो कहु नानक तह भज मना पाओ निध उतरहे पारो सुख दुख जह परसै नहीं लोभ मोह अभिमान कहु नानक सुन रे मना सो मूरत भगवान उस्ततु निंदया नाहे जेह कंचन लोह समान कहु नानक सुन रे मना मुकत ताहे ताय जानो हरख सोग जा कै नहीं बैरी मीत समान कहु नानक सुन रे मना मुकत ताहे ताय जानो पै काहू कौ देत नह पै मानत आन कहु नानक सुन रे मना ज्ञानी ताहे बखानो जेह बिखया सगली तजी लियो पेख बैराग कहु नानक सुन रे मना तेह नर माथा भाग जेह माया ममता तजी सब ते पयो उदास कहु नानक सुन